ਪ੍ਰੋਵਾਈਡਰ ਦੇ ਕੋਲ ਜੇ ਬੱਚੇ ਆਉਣ ਤਾਂ ਕਿਉਂ ਆਉਣ, ਤੁਸੀਂ ਕੀ ਭਰੋਸਾ ਦੇ ਰਹੇ ਹੋ ਔਰ ਕਿੰਨੇ 'ਚ ਬੱਚੇ ਨੂੰ ਤੁਸੀਂ ਭੇਜ ਰਹੇ ਹੈਗੇ ਹੋ? ਪ੍ਰੋਵਾਈਡਰਸ ਦੇ ਵਿੱਚ ਦੂਸਰੇ ਵਾਂਗੂ ਮੂੰਹ ਬਹੁਤ ਵੱਡੇ ਨਹੀਂ ਹੈਗੇ, ਬਹੁਤ ਛੋਟੇ ਛੋਟੇ ਮੂੰਹ ਹੈ, ਅਤੇ ਅਸੀਂ ਸਹਿੰਦਾ ਆਪਣੀ ਕੰਸਲਟੈਂਸੀ ਨਾਲ ਗੁਜ਼ਾਰਾ ਕਰ ਲੈਂਦੇ। ਔਰ ਜਿਹੜੇ ਰਹੀ ਗੱਲ ਪੈਕੇਜਸ ਦੀ, ਪੈਕੇਜਸ ਵੀ ਸਾਡੇ ਹੋਰਾਂ ਨਾਲੋਂ ਬਹੁਤ ਘੱਟ ਰੇਟ ਤੇ। ਬ੍ਰਾਂਡਡ ਕੱਪੜਿਆਂ 'ਚ ਸਾਨੂੰ ਆਫ ਵੀ ਮਿਲਦਾ ਹੈ ਔਰ ਸਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਇੱਥੇ ਇੰਨੀ ਸੇਲ ਲੱਗੀ ਹੋਈ ਹੈ, ਤਾਂ ਏਜੰਟ ਵੀ ਬੜੇ ਲਾਲਚ ਦਿੰਦੇ ਨੇ। ਇਹ ਤੁਹਾਡੇ ਵੱਲੋਂ ਵੀ ਕੋਈ ਲਾਲਚ ਦਿੱਤਾ ਜਾਂਦਾ ਜਾਂ ਕੋਈ ਆਫਰ ਹੈਗਾ? ਸਾਡੇ ਵੱਲੋਂ ਹੈਗਾ ਜੀ, ਜਿਹੜੇ ਬੱਚੇ ਉਸ ਦਿਨ ਇਨਰੋਲ ਹੋਣਗੇ ਔਰ ਜਿਸ ਦਿਨ ਉਹਨਾਂ ਦਾ ਰਿਜ਼ਲਟ ਆਊਗਾ, ਮਤਲਬ ਉਹਨਾਂ ਦਾ ਵੀਜ਼ਾ ਆਊਗਾ, ਉਸ ਵੀਜ਼ੇ ਦੇ ਨਾਲ ਅਸੀਂ ਉਹਨਾਂ ਨੂੰ ਲੈਪਟਾਪ ਫ੍ਰੀ ਦੇਵਾਂਗੇ। ਲੋਕ ਸਾਡੇ ਤੇ ਵਿਸ਼ਵਾਸ ਕਿਉਂ ਕਰਦੇ? ਦੇਖੋ, ਇੱਕ ਤਾਂ ਸਾਡਾ ਪੁਰਾਣਾ ਤਜਰਬਾ, 16 ਸਾਲ ਹੋ ਗਏ ਸਾਨੂੰ ਇਸ ਲਾਈਨ ਦੇ ਵਿੱਚ। ਮੈਨੂੰ ਖੁਦ ਨੂੰ ਇਸ ਲਾਈਨ ਦੇ ਵਿੱਚ 16 ਸਾਲ ਹੋ ਗਏ। ਮੈਂ ਸੰਗਰੂਰ ਤੋਂ ਇੱਕ ਛੋਟਾ ਜਿਹਾ ਆਫਿਸ ਕਰਿਆ ਸੀਗਾ, ਅੱਜ ਪੰਜਾਬ ਦੇ ਵਿੱਚ 6 ਆਫਿਸ ਨੇ ਮੇਰੇ, ਉਹ ਵੀ ਵਧੀਆ ਵੱਡੇ ਸ਼ਹਿਰਾਂ 'ਚ। ਅਤੇ ਜੋ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ, ਫਾਈਲ ਦੀ ਪ੍ਰੈਪਰੇਸ਼ਨ 16 ਸਾਲ ਦੇ ਤਜਰਬੇ ਦੇ ਵਿੱਚ ਅਸੀਂ ਜੋ ਦੇਖਿਆ ਕਿਸ ਜਗ੍ਹਾ 'ਤੇ ਬੱਚਾ ਦੀ ਅਗਰ ਵੀਕ ਪ੍ਰੋਫਾਈਲ ਹੈ ਬੱਚੇ ਦੀ, ਤਾਂ ਉਹਨੂੰ ਕਿੱਦਾਂ ਸਟਰੋਂਗ ਕਰਨਾ। 7 ਬੈਂਡ ਵਾਲਾ ਬੱਚਾ ਮੇਰੇ ਕੋਲ ਪਿਛਲੇ ਮਹੀਨੇ ਇੱਕ ਮਤਲਬ ਉਹਦਾ ਵੀਜ਼ਾ ਗ੍ਰਾਂਟ ਹੋਇਆ, ਬੱਚਾ ਪਹਿਲਾਂ 7 ਵਾਰ 8ਵੀਂ ਵਾਰ ਰਿਫਿਊਜ਼ ਹੋਇਆ ਉਹਦਾ। ਇਸ ਤਰ੍ਹਾਂ ਦੀਆਂ ਪ੍ਰੋਫਾਈਲਸ ਨੇ। ਤਾਂ 5.5 ਬੈਂਡ ਨਾਲ ਮੈਂ ਫਾਈਲਾਂ ਲੈ ਰਿਹਾ, ਉਹ ਵੀ ਮੈਂ ਪੈਕੇਜ ਦੇ ਵਿੱਚ ਲੈ ਰਿਹਾ, ਹੈ ਨਾ, ਜਿਹਦੇ ਵਿੱਚ ਮੈਂ ਕਹਿ ਰਿਹਾ ਐਮਬੈਸੀ ਫੀਸ ਵੀ ਅਸੀਂ ਪੇ ਕਰਾਂਗੇ, ਤੁਸੀਂ ਨਹੀਂ ਪੇ ਕਰਨੀ। ਬੱਚੇ ਨੂੰ ਨਹੀਂ ਕਹਿੰਦੇ ਤੁਸੀਂ ਸਾਨੂੰ ਬਾਅਦ 'ਚ ਪੈਸੇ ਦਿਓ। ਕਹਿ ਸਕਦੇ ਕਿ ਤੁਸੀਂ ਮਾਹਿਰ ਹੋ ਕਿ 5.5 ਵਿੱਚ ਵੀ ਵੀਜ਼ਾ ਲੈ ਕੇ ਦਵਾਂਗੇ। ਬਿਲਕੁਲ, ਅਸੀਂ ਦਾਅਵਾ ਕਰਦੇ ਹਾਂ ਇਸ ਗੱਲ। ਅਸੀਂ ਬੈਸਿਕ ਫੀਸ ਵੀ ਦੇਵਾਂਗੇ, ਤੁਹਾਡੀ ਫੀਸ ਵੀ ਸਾਰੀ ਦੇਵਾਂਗੇ। ਇਹੋ ਜਿਹਾ ਕਿਉਂ ਤੁਸੀਂ ਕਰਦੇ ਹੋ ਹੈ ਕਿ ਅਸੀਂ ਸਭ ਕੁਝ ਪਹਿਲਾਂ ਕਰਾਂਗੇ, ਉਸ ਤੋਂ ਬਾਅਦ ਤੁਸੀਂ ਸਾਡੇ ਤੁਹਾਨੂੰ ਤੁਸੀਂ ਬਾਅਦ 'ਚ ਫੀਸ ਦਿਓ? ਟੱਚਵੁੱਡ ਸਾਡੀ ਅੱਜ ਤੱਕ ਕੋਈ ਕੰਪਲੇਂਟ ਨਹੀਂ ਹੈਗੀ, ਕੋਈ ਸਾਡੇ ਰਿਵਿਊਜ਼ ਬੈਡ ਨਹੀਂ ਹੈਗੇ। ਸਾਡੇ ਕਿਤੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾ ਕੇ ਤੁਸੀਂ ਚੈੱਕ ਕਰ ਲਓ, ਕਿਉਂਕਿ ਅਸੀਂ ਬੱਚਿਆਂ ਨਾਲ ਗਲਤ ਕਮਿਟਮੈਂਟ ਕਰਦੇ ਹੀ। ਮਾਪੇ ਵੀ ਚਾਹੁੰਦੇ ਕਿ ਬੱਚਾ ਬਾਹਰ ਸੈੱਟ ਹੋ ਜਾਏ, ਅਸੀਂ ਵੀ ਸੋਚ ਜਾਵਾਂਗੇ ਸਭ ਪਰਿਵਾਰ ਸੈੱਟ ਹੋ ਜਾਏਗਾ। ਇਹ ਜਿਹੜੀ ਇੱਕ ਇਹ ਹੋੜ ਆ ਗਈ, ਇੱਕ ਹੋੜ ਆ ਗਈ ਏਜੰਟਸ ਦੀ। ਉਹ ਕਹਿੰਦੇ ਕਿ ਅਸੀਂ ਬਾਹਰ ਭੇਜਾਂਗੇ, ਦਾਅਵੇ ਕਰਨੇ ਸ਼ੁਰੂ ਕਰ ਦਿੰਦੇ ਨੇ। ਤਾਂ ਕੀ ਲੱਗਦਾ ਹੈ ਕਿ ਜ਼ਮੀਨ ਮਰਦੇ ਜਾਂਦੇ ਨੇ ਲੋਕਾਂ ਦੇ, ਕਿ ਦੇਖਿਆ ਨਹੀਂ ਜਾਂਦਾ, ਧੋਖਾ ਠੱਗੀਆਂ ਜਿਹੜੀਆਂ ਲੋਕ ਕਰਨਾ ਸ਼ੁਰੂ ਕਰ ਦਿੰਦੇ? ਅੱਜ ਦੇ ਟਾਈਮ 'ਚ ਜੋ ਨਹੀਂ ਜਾ ਪਾਉਂਦਾ, ਉਹ ਸਿਰਫ 2 ਬੱਚੇ ਨੇ ਜਿਹਦੇ ਕੋਲ, ਜੋ ਅਫੋਰਡ ਨਹੀਂ ਕਰਦਾ ਜਾਂ ਜੋ ਜਿਸ ਦਾ ਪ੍ਰੋਫਾਈਲ ਸੂਟੇਬਲ ਨਹੀਂ ਹੈ, ਚਾਹੇ ਉਹ ਕਿਸੇ ਵੀ ਕੰਟਰੀ ਦਾ ਸਟੱਡੀ ਵੀਜ਼ਾ। ਸਿਰਫ 2 ਹੀ ਕਾਰਨ ਨੇ ਜੋ ਬੱਚਾ ਅੱਜ ਦੇ ਟਾਈਮ 'ਚ ਨਹੀਂ ਜਾ ਰਿਹਾ। ਉਹਦੀ 1.5 ਸਾਲ ਭਕਾਈ ਕਰਾਉਂਦੇ ਆ, ਫਿਰ ਉਹ ਬਾਅਦ 'ਚ ਕਹਿੰਦੇ ਤੇਰਾ ਲੱਗਿਆ ਨਹੀਂ, ਕੱਟ ਕੇ ਉਹਨੇ ਪੈਸੇ ਵਾਪਸ ਕਰ। ਆਹ ਅੱਜ ਦੇ ਟਾਈਮ ਦੇ ਵਿੱਚ ਜੋ ਸਿਨੈਰੀਓ ਸੱਚਾਈ ਉਹ ਇਹ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਮਨਦੀਪ ਕੌਰ ਸੰਧੂ। ਅਕਸਰ ਜਦੋਂ ਬੱਚੇ 12ਵੀਂ ਜਮਾਤ ਪਾਸ ਕਰਦੇ ਨੇ ਤਾਂ ਮਾਪੇ ਕਹਿੰਦੇ ਕਿ ਇੱਥੇ ਰੁਜ਼ਗਾਰ ਨਹੀਂ ਮਿਲਣਾ, ਕਾਲਜ ਦੀ ਪੜ੍ਹਾਈ ਤੇ ਅਸੀਂ ਸਮਾਂ ਖਰਾਬ ਨਾ ਕਰੀਏ, ਆਇਲਸ ਕਰਵਾਈਏ ਤੇ ਬਾਹਰ ਭੇਜ ਦਈਏ। ਅੱਜ ਵੈਸੇ ਹੋੜ ਵੀ ਇਹੀ ਹੋਈ ਹੈ ਕਿ ਹਰ ਬੱਚਾ ਵਿਦੇਸ਼ ਜਾਣ ਦੀ ਚਾਹਤ ਰੱਖਦਾ ਹੈ। ਮਾਪਿਆਂ ਦੇ ਸੁਪਨੇ ਹੁੰਦੇ ਨੇ, ਬੱਚਿਆਂ ਦੇ ਸੁਪਨੇ ਹੁੰਦੇ ਨੇ ਕਿ ਅਸੀਂ ਚੰਗੇ ਦੇਸ਼ ਭੇਜੀਏ, ਪਰ ਹੁੰਦਾ ਕੀ ਹੈ, ਕਈ ਵਾਰ ਗਲਤ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ। ਬਹੁਤ ਸਾਰੇ ਬੱਚਿਆਂ ਦਾ ਇੱਥੇ ਭਵਿੱਖ ਵੀ ਖਰਾਬ ਹੋ ਜਾਂਦਾ ਹੈ। ਸੋ ਬੱਚੇ ਕਿਸ ਤਰੀਕੇ ਨਾਲ ਸਹੀ ਏਜੰਟ ਕੋਲ ਜਾਣ, ਕਿਸ ਤਰੀਕੇ ਨਾਲ ਸਹੀ ਤਰੀਕਾ, ਕਿ ਬਹੁਤ ਸਾਰੀਆਂ ਤੁਸੀਂ ਮਸ਼ਹੂਰੀਆਂ ਵੀ ਦੇਖਦੇ ਹੋ ਤਾਂ ਹਰ ਕੋਈ ਆਵਾਜ਼ਾਂ ਮਾਰਦਾ ਕਿ ਸਾਡੇ ਕੋਲ ਆਓ, ਤੁਹਾਨੂੰ ਅਸੀਂ 7 ਲੱਖ 'ਚ ਭੇਜਾਂਗੇ, 6 ਲੱਖ 'ਚ ਭੇਜਾਂਗੇ, 10 ਲੱਖ 'ਚ ਭੇਜਾਂਗੇ। ਤਾਂ ਕੀ ਵਾਕਈ 'ਚ ਕਿੰਨੀ ਕੁ ਸੱਚਾਈ ਹੈ? ਇਸ ਪੂਰੀ ਸੱਚਾਈ ਤੋਂ ਪਰਦਾ ਹਟਾਉਣ ਦੇ ਲਈ ਸਾਡੇ ਨਾਲ ਪ੍ਰੋਵਾਈਡਰ ਓਵਰਸੀਜ਼ ਤੋਂ ਜੁੜੇ ਹੋਏ ਨੇ ਮਨਦੀਪ ਸਿੰਘ ਔਲਖ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਬੱਚਿਆਂ ਨੂੰ ਬਾਹਰ ਜਾਣਾ ਹੋਵੇ ਤਾਂ ਚੰਗਾ ਏਜੰਟ ਤੱਕ ਕਿਵੇਂ ਪਹੁੰਚੀਏ। ਸੋ ਸਵਾਗਤ ਕਰਦੇ ਹਾਂ ਪ੍ਰੋ ਪੰਜਾਬ ਟੀਵੀ ਤੇ। ਮਨਦੀਪ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਜੀ? ਬਹੁਤ ਵਧੀਆ। ਜਿੱਦਾਂ ਮੈਂ ਪਹਿਲੇ ਸ਼ੁਰੂਆਤ ਵਿੱਚ ਕਿਹਾ ਕਿ ਬਹੁਤ ਸਾਰੇ ਬੱਚੇ ਅਕਸਰ ਇਹ ਚੁਣਦੇ ਨੇ ਕਿ ਅਸੀਂ ਕਿਸ ਏਜੰਟ ਕੋਲ ਜਾਈਏ। ਅਕਸਰ ਅੱਜ ਅਸੀਂ ਆਮ ਤੌਰ ਤੇ ਹਰ ਚੈਨਲ ਤੇ ਹਰ ਇੱਕ ਇੰਟਰਵਿਊ 'ਚ ਦੇਖਦੇ ਹਾਂ, ਹਰ ਕੋਈ ਦਾਅਵਾ ਕਰਦਾ ਹੈ ਕਿ ਮੈਂ ਤੁਹਾਨੂੰ ਇੰਨੇ ਲੱਖ ਵਿੱਚ ਬਾਹਰ ਭੇਜ ਦਾਂਗਾ। ਤੁਹਾਡੇ ਵੱਲੋਂ ਵੀ ਕੋਈ ਦਾਅਵਾ ਹੈ? ਜੀ ਬਿਲਕੁਲ ਮਨਦੀਪ, ਸਾਡੇ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਨੇ, ਬਟ ਸਾਡੇ ਦਾਅਵੇ ਅਸਲ ਦਾਅਵੇ ਨੇ। ਪਹਿਲਾਂ ਮੈਂ ਗੱਲ ਕਰਦਾ, ਜੋ ਤੁਸੀਂ ਗੱਲ ਸਟਾਰਟ ਕੀਤੀ ਸੀ ਕਿ ਬੱਚਿਆਂ ਨੂੰ +2 ਤੋਂ ਬਾਹਰ ਭੇਜਣ ਦੀ ਦੌੜ ਛਿੜੀ ਹੈ, ਉਹ ਅੱਜ ਦੀ ਨਹੀਂ ਹੈ, ਪੰਜਾਬੀਆਂ ਦੇ ਖੂਨ 'ਚ ਬਹੁਤ ਪੁਰਾਣੀ ਚੱਲਦੀ ਆ ਰਹੀ ਹੈ। ਪਹਿਲਾਂ ਇਹ ਹੁੰਦਾ ਸੀਗਾ ਕਿ ਅਸੀਂ ਬਾਰਡਰ ਕਿੱਦਾਂ ਟਪਾਈਏ,
ਹੁਣ ਪੰਜਾਬੀਆਂ ਨੂੰ ਇੱਕ ਰਾਹ ਮਿਲ ਗਿਆ, ਪੰਜਾਬੀਆਂ ਨੇ ਇੱਕ ਸੋਚ ਲਿਆ ਕਿ ਅਸੀਂ ਆਪਣਾ ਕਿਤੇ ਨਾ ਕਿਤੇ ਕਰੀਅਰ ਸਟੈਂਡ ਕਰਨਾ ਹੈ। ਬਾਹਰ ਉਹਨਾਂ ਨੂੰ ਬਹੁਤ ਵਧੀਆ ਓਪਰਚੁਨਿਟੀ ਹੈ ਔਰ ਰਾਈਟ ਵੇ 'ਚ ਜਾਣ ਦਾ ਇੱਕ ਵਧੀਆ ਸੋਰਸ ਮਿਲ ਗਿਆ। ਹੁਣ ਬੱਚੇ +2 ਕਰਦੇ ਆ। ਹੁਣ ਪਹਿਲਾਂ ਅੱਜ ਤੋਂ ਮੈਨੂੰ ਇਸ ਲਾਈਨ 'ਚ ਬਹੁਤ ਟਾਈਮ ਹੋ ਗਿਆ, ਪਹਿਲਾਂ ਗੱਲ ਕਰੀਏ ਤਾਂ 5-5.5 ਬੱਚਿਆਂ ਦੇ ਕਿਸੇ ਦੇ ਆਉਂਦੇ ਸੀਗੇ। ਅੱਜ ਤੁਸੀਂ ਕੋਈ ਵੀ ਬੱਚਾ ਚੱਕ ਕੇ ਦੇਖ ਲਓ 6, 6.5, 7 ਬੈਂਡ ਆਰਾਮ ਨਾਲ ਈਜ਼ੀਲੀ ਆ ਰਹੇ, ਜੋ ਰੂਟੀਨ 'ਚ ਸਾਡੇ ਕੋਲ ਪ੍ਰੋਫਾਈਲਸ ਆ ਰਹੀਆਂ ਨੇ ਬੱਚਿਆਂ ਦੀਆਂ। ਤੇ ਰਹੀ ਗੱਲ ਦਾਅਵਿਆਂ ਦੀ, ਸਾਡੇ ਦਾਅਵੇ ਨੇ ਜਿਹੜੇ ਉਹ ਬਿਲਕੁਲ ਤੁਸੀਂ ਦੇਖੋਗੇ ਕਿ ਮੈਂ ਆਪਣੇ ਵਰਡਸ ਨਹੀਂ ਬੋਲਦਾ, ਤੁਸੀਂ ਬੱਚਿਆਂ ਨੂੰ ਕਹੋ ਸਾਡੇ ਆਫਿਸ 'ਚ ਇੱਕ ਵਾਰੀ ਆਉਣ, ਤੇ ਅਸੀਂ ਜੋ ਦਾਅਵੇ ਕਰਦੇ ਹਾਂ ਉਹ ਦੂਜਿਆਂ ਨਾਲੋਂ ਬਿਲਕੁਲ ਡਿਫਰੈਂਟ ਹੈ। ਅਸੀਂ ਤਾਂ ਕਹਿੰਦੇ ਕਿ ਤੁਸੀਂ ਐਮਬੈਸੀ ਫੀਸ ਵੀ ਨਾ ਦਿਓ, ਅਸੀਂ ਦੇ ਦਾਂਗੇ। ਲੋਕੀ ਬੜਾ ਇਸ ਗੱਲ ਤੇ ਇਤਰਾਜ਼ ਕਰਦੇ ਆ ਵੀ ਤੁਸੀਂ ਇੱਦਾਂ ਕਿੱਦਾਂ ਕਰ ਸਕਦੇ ਹੋ। ਇਸ ਕਿ ਸਾਡਾ ਟੈਕਟ ਹੈ, ਸਾਡੀ ਫਾਈਲ ਪ੍ਰੈਪਰੇਸ਼ਨ ਹੈ, ਸਾਡੀ SOP ਹੈ ਨਾ। ਸਾਨੂੰ ਪਤਾ ਅਸੀਂ ਬੱਚੇ ਦਾ ਪ੍ਰੋਫਾਈਲ ਜੋ ਹੈ ਉਹ ਰਿਐਲਿਟੀ 'ਚ ਕੀ ਹੈ ਤੇ ਉਹਨੂੰ ਕਿੱਦਾਂ ਹੋਰ ਅਸੀਂ ਇਹਨੂੰ ਪੋਲਿਸ਼ ਕਰ ਸਕਦੇ ਹਾਂ। ਵੈਸੇ ਤਾਂ ਕਹਾਵਤ ਵੀ ਹੈ ਕਿ ਹਰ ਘੁਮਿਆਰ ਆਪਣਾ ਭਾਂਡਾ ਜ਼ਰੂਰ ਸਲਾਉਂਦਾ ਹੁੰਦਾ ਹੈ, ਤਾਂ ਤੁਸੀਂ ਵੀ ਇਹ ਕਹਿ ਰਹੇ ਹੋ ਕਿ ਸਾਡੇ ਕੋਲ ਜ਼ਰੂਰ ਆਓ, ਅਸੀਂ ਤੁਹਾਨੂੰ ਇੱਕ ਦਾਅਵਾ ਕਰਦੇ ਹਾਂ। ਬਹੁਤ ਸਾਰੇ ਬੱਚਿਆਂ ਦੀ ਰਿਫਿਊਜ਼ਲ ਆਈ ਹੁੰਦੀ ਹੈ, ਤਾਂ ਬੱਚੇ ਕਹਿੰਦੇ ਕਿ ਪਹਿਲਾਂ ਦੱਸੋ ਕਿ ਰਿਫਿਊਜ਼ਲ ਆਉਣ ਦੇ ਚਾਂਸ ਕਿਉਂ ਹੁੰਦੇ ਆ। ਸਭ ਤੋਂ ਪਹਿਲਾ ਸਵਾਲ ਇਹ ਆਪਾਂ ਇੱਥੇ ਸ਼ੁਰੂ ਕਰ ਲੈਂਦੇ ਹਾਂ ਕਿ ਬਹੁਤ ਸਾਰੇ ਬੱਚੇ ਮਾਪੇ ਪਤਾ ਨਹੀਂ ਕਿਸ ਤਰੀਕੇ ਨਾਲ ਪੈਸਾ ਇਕੱਠਾ ਕਰਦੇ ਨੇ, ਕੋਈ ਕਰਜ਼ਾ ਚੁੱਕਦਾ ਹੈ, ਕੋਈ ਆਪਣੀਆਂ ਜ਼ਮੀਨਾਂ ਗਹਿਣੇ ਰੱਖਦਾ ਹੈ, ਕੋਈ ਜ਼ਮੀਨਾਂ ਵੇਚਦਾ ਵੀ ਹੈ। ਤਾਂ ਉਹ ਚਾਹੁੰਦੇ ਆ ਕਿ ਅਸੀਂ ਜੇ ਪਹਿਲੀ ਵਾਰ ਫਾਈਲ ਲਵਾਈਏ ਬੱਚੇ ਦਾ ਵੀਜ਼ਾ ਸਾਡੇ ਤੱਕ ਪਹੁੰਚ ਜਾਏ। ਇੱਕ ਕਿਸਮਤ ਹੁੰਦੀ ਹੈ ਜਾਂ ਏਜੰਟ ਦੇ ਕੋਈ ਫਾਲਟ ਹੁੰਦਾ ਹੈ? ਨਹੀਂ, ਇਸ ਦੇ ਵਿੱਚ ਦੋਨੋਂ ਹੀ ਗੱਲਾਂ ਮੈਂ ਦੇਖੀਆਂ ਹੁਣ ਤੱਕ ਦੇ ਆਪਣੇ ਕਰੀਅਰ ਦੇ ਵਿੱਚ। ਸਾਡੇ ਕੋਲ ਬੱਚੇ ਆਉਂਦੇ ਆ, ਜਦੋਂ ਅਸੀਂ ਦੇਖਦੇ ਹਾਂ ਕਿ ਏਜੰਟ ਨੂੰ ਅਸੀਂ 20 ਲੱਖ ਦੇਤਾ, 15 ਲੱਖ ਦੇਤਾ, ਸਾਡਾ ਬੱਚਾ ਨਹੀਂ ਜਾ ਪਾਇਆ, ਰਿਫਿਊਜ਼ ਹੋ ਗਿਆ। ਜਾਂ ਕਈ ਤਾਂ ਇਹੋ ਜਿਹੇ ਆਉਂਦੇ ਆ ਵਿਚਾਰੇ ਜਿਨ੍ਹਾਂ ਦੀ ਫਾਈਲ ਹੀ ਨਹੀਂ ਲੱਗਦੀ, ਇਹ ਸਾਲ 1.5 ਸਾਲ 2 ਸਾਲ ਧੱਕੇ ਖਾਣ ਤੋਂ ਬਾਅਦ ਵੀ। ਉਹਦੇ 'ਚ ਕਸੂਰ ਕੁਛ ਮੈਂ ਕਹੂੰਗਾ ਅਵੇਅਰਨੈਸ ਦਾ ਵੀ ਹੈ। ਜੋ ਬੱਚੇ ਰਾਈਟ ਵੇ ਨਹੀਂ ਜਾਣਾ ਪਸੰਦ ਕਰਦੇ, ਉਹ ਈਜ਼ ਲੱਭਦੇ ਆ, ਸਾਨੂੰ ਸੌਖਾ ਰਸਤਾ ਕਿੱਦਾਂ ਮਿਲਦਾ, ਉਹ ਏਜੰਟਾਂ ਦੀਆਂ ਗੱਲਾਂ 'ਚ ਆ ਜਾਂਦੇ ਆ। ਉੱਥੇ ਵਿਚਾਰੇ ਇਹ ਸਾਰਾ ਪੈਸੇ ਦਾ ਨੁਕਸਾਨ ਜਾਂ ਕਰੀਅਰ ਦਾ ਨੁਕਸਾਨ, ਸਮੇਂ ਦਾ ਨੁਕਸਾਨ ਉਹਨਾਂ ਨੂੰ ਦੇਖਣਾ ਪੈਂਦਾ ਹੈ। ਹੁਣ ਰਹੀ ਗੱਲ ਫਾਈਲ ਪ੍ਰੈਪਰੇਸ਼ਨ ਦਾ ਕਸੂਰ ਹੈ ਜਾਂ ਕਿਸਮਤ ਦਾ ਕਸੂਰ ਹੈ, ਫਾਈਲ ਤਾਂ ਤੁਸੀਂ ਦੱਸੋ, ਏਜੰਟ ਤਾਂ ਅੱਜ ਕੱਲ੍ਹ ਇਹ ਕਰਦੇ ਨੇ ਕਿ ਬੱਚੇ ਦੀ ਈਮੇਲ ID ਤੱਕ ਨਹੀਂ ਉਹਨੂੰ ਦੱਸਦੇ, ਮੋਬਾਈਲ ਨੰਬਰ ਆਪਣੇ ਪਾ ਦਿੰਦੇ ਆ, ਬੱਚੇ ਨੂੰ ਕੋਈ ਨੋਟੀਫਿਕੇਸ਼ਨ ਹੀ ਨਹੀਂ ਆਉਂਦੀ, ਤਾਂ ਬੱਚੇ ਨੂੰ ਪਤਾ ਕੀ ਲੱਗਣਾ ਮੇਰੀ ਫਾਈਲ 'ਚ ਚੱਲ ਕੀ ਰਿਹਾ। ਤੇ ਅਸੀਂ ਇਹੋ ਜਿਹਾ ਕੁਛ ਨਹੀਂ ਕਰਦੇ। ਤੁਹਾਡੇ ਵੱਲੋਂ ਦਿੱਤਾ ਜਾਂਦਾ ਹੈ ਬੱਚੇ ਨੂੰ? ਬਿਲਕੁਲ ਦਿੱਤਾ ਜਾਂਦਾ ਹੈ। ਅਸੀਂ ਬੱਚੇ ਦਾ ਮੋਬਾਈਲ ਨੰਬਰ ਪਾਉਂਦੇ ਹਾਂ ਤਾਂ ਜੋ ਯੂਨੀਵਰਸਿਟੀ, ਕਾਲਜ ਬੱਚੇ ਨੂੰ ਅਪਰੋਚ ਕਰਨੀ ਚਾਹੇ, ਮੇਲ ਕਰਨੀ ਚਾਹੇ ਤਾਂ ਬੱਚੇ ਦਾ ਈਮੇਲ ID। ਸਾਡੇ ਅਕਸਰ ਬੱਚਿਆਂ ਨੂੰ ਕਾਲਸ ਯੂਨੀਵਰਸਿਟੀ ਵੱਲੋਂ ਆਉਂਦੀਆਂ ਨੇ ਤਾਂ ਸਾਨੂੰ ਦੱਸਦੇ ਆ ਵੀ ਸਾਨੂੰ ਯੂਨੀਵਰਸਿਟੀ ਤੋਂ, ਕਾਲਜਸ ਤੋਂ ਮੇਲ ਆਈ ਹੈ। UK ਦੇ ਵਿੱਚ ਲੋਕੀ ਬਹੁਤ ਗੜਬੜ ਕਰਦੇ ਆ। ਅੱਜ UK ਦੀਆਂ ਫੀਸਾਂ ਬਹੁਤ ਜ਼ਿਆਦਾ ਨੇ, 15,000 ਜਾਂ 12,000, 13,000, 17,000 ਪਾਊਂਡ ਫੀਸ ਪੇ ਕਰਦੇ ਆ ਬੱਚੇ। ਬਟ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸਾਡੀ ਫਾਈਲ ਸਟੈਂਡ ਕਿੱਥੇ ਕਰਦੀ ਹੈ, ਸਾਡਾ ਸਟੇਟਸ ਕੀ ਹੈ ਫਾਈਲ ਦਾ। ਨਾ ਉਹਨਾਂ ਕੋਲ ਈਮੇਲ ID ਹੈ, ਨਾ ਉਹਨਾਂ ਕੋਲ ਮੋਬਾਈਲ ਨੰਬਰ ਹੈ। ਤੇ ਸਾਡੇ ਵੱਲੋਂ ਇੱਦਾਂ ਦਾ ਕੁਛ ਨਹੀਂ ਕੀਤਾ ਜਾਂਦਾ। ਅਸੀਂ ਕਹਿੰਦੇ ਵੀ ਤੁਹਾਡੇ ਕੋਲ ਨੋਟੀਫਿਕੇਸ਼ਨਸ ਆ ਰਹੀਆਂ, ਹਾਂ CC ਅਸੀਂ ਉਹਦੇ 'ਚ ਜ਼ਰੂਰ ਆਪਣੇ ਈਮੇਲਸ ਰੱਖੀਆਂ ਹੁੰਦੀਆਂ ਨੇ, ਸਾਨੂੰ ਵੀ ਨਾਲ ਆਉਂਦੀਆਂ ਰਹਿੰਦੀਆਂ ਨੇ। ਬਟ ਬੱਚਿਆਂ ਨੂੰ ਪੂਰਾ ਅਵੇਅਰ ਕਰਕੇ ਰੱਖਦੇ ਆ ਉਹਨਾਂ ਦੇ ਫਾਈਲ ਦੇ ਅਕੋਰਡਿੰਗ, ਉਹਨਾਂ ਨੂੰ ਫਾਈਲ ਦੇ ਵਿੱਚ ਅਸਲ 'ਚ ਕੀ ਹੈ। ਆਮ ਤੌਰ ਤੇ ਏਜੰਟ ਨਹੀਂ ਦੱਸਦੇ ਜੀ। ਵੈਸੇ ਤਾਂ ਬਹੁਤ ਸਾਰੇ ਏਜੰਟ ਹੋ ਚੁੱਕੇ, ਜਿੱਦਾਂ ਕਹਿੰਦੇ ਨਾ ਕਲਾਕਾਰ ਬਹੁਤ ਹੋ ਗਿਆ, ਹੁਣ ਤਾਂ ਏਜੰਟ ਵੀ ਬਹੁਤ ਹੋ ਗਿਆ ਜਿਹੜੇ ਕਹਿੰਦੇ ਕਿ ਅਸੀਂ ਬਾਹਰ ਭੇਜਾਂਗੇ। ਤਾਂ ਲੋਕ ਸਾਡੇ ਤੇ ਵਿਸ਼ਵਾਸ ਕਿਉਂ ਕਰਨ? ਦੇਖੋ, ਇੱਕ ਤਾਂ ਸਾਡਾ ਪੁਰਾਣਾ ਤਜਰਬਾ, 16 ਸਾਲ ਹੋ ਗਏ ਸਾਨੂੰ ਇਸ ਲਾਈਨ ਦੇ ਵਿੱਚ। ਮੈਨੂੰ ਖੁਦ ਨੂੰ ਇਸ ਲਾਈਨ ਦੇ ਵਿੱਚ 16 ਸਾਲ ਹੋ ਗਏ। ਮੈਂ ਸੰਗਰੂਰ ਤੋਂ ਇੱਕ ਛੋਟਾ ਜਿਹਾ ਆਫਿਸ ਕਰਿਆ ਸੀਗਾ, ਅੱਜ ਪੰਜਾਬ ਦੇ ਵਿੱਚ 6 ਆਫਿਸ ਨੇ ਮੇਰੇ, ਉਹ ਵੀ ਵਧੀਆ ਵੱਡੇ ਸ਼ਹਿਰਾਂ 'ਚ। ਤੇ ਜੋ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ, ਫਾਈਲ ਦੀ ਪ੍ਰੈਪਰੇਸ਼ਨ 16 ਸਾਲ ਦੇ ਤਜਰਬੇ ਦੇ ਵਿੱਚ ਅਸੀਂ ਜੋ ਦੇਖਿਆ, ਕਿਸ ਜਗ੍ਹਾ ਤੇ ਬੱਚਾ ਦੀ ਅਗਰ ਵੀਕ ਪ੍ਰੋਫਾਈਲ ਹੈ ਬੱਚੇ ਦੀ ਤਾਂ ਉਹਨੂੰ ਕਿੱਦਾਂ ਸਟਰੋਂਗ ਕਰਨਾ, ਪਹਿਲੀ ਗੱਲ। ਦੂਸਰੀ ਗੱਲ, ਹੁਣ ਬੱਚੇ ਕਹਿ ਲਓ ਜਾਂ ਬੱਚਿਆਂ ਦੇ ਪੇਰੈਂਟਸ ਕਹਿ ਲਓ, ਜਾਂ ਇੱਕ ਮਿਸਗਾਈਡ ਕਰਨ ਵਾਸਤੇ ਆਫਟਰ ਕੋਵਿਡ ਖਾਸ ਕਰਕੇ ਮੈਂ ਗੱਲ ਕਰਾਂ, ਜਿੰਨੇ ਵੀ ਇੱਥੇ ਇੰਪਲੋਈ ਸੀਗੇ, ਟਰਾਈ ਸਿਟੀ ਦੀ ਗੱਲ ਕਰਾਂ, ਤਾਂ ਉਹ ਸਾਰੇ ਆਪਣੇ ਆਪਣੇ ਘਰੇ ਜਾਣਾ ਪੈ ਗਿਆ ਸਭ ਨੂੰ। ਤਾਂ ਉੱਥੇ ਜਿਹੜੇ ਛੋਟੇ ਏਜੰਟ ਸੀਗੇ ਉਹਨਾਂ ਨੂੰ ਇੰਪਲੋਈ ਮਿਲ ਗਏ, ਤਾਂ ਬੱਚਿਆਂ ਦੀ ਮਜਬੂਰੀ ਹੋ ਗਈ, ਟਰੈਵਲਿੰਗ ਬੰਦ ਸੀ, ਬੈਨ ਸੀ, ਬੱਸਿਸ ਬੈਨ ਸੀ, ਤੇ ਉਹ ਉੱਥੇ ਆਪਣੀਆਂ ਫਾਈਲਾਂ ਲਾਉਣ ਲੱਗ ਗਏ। ਉੱਥੇ ਬੱਚੇ ਬੜੇ ਮਿਸਗਾਈਡ ਹੋਏ। ਲੋਕਲ ਏਜੰਟ ਜਿਹੜੇ ਹੈਗੇ ਆ ਉਹ ਨਹੀਂ ਦੇਖਦੇ ਕਿ ਬੱਚੇ ਦੀ ਫਾਈਲ ਕੀ ਹੈ ਤੇ ਅਸੀਂ ਕਰਨਾ ਕੀ ਹੈ।
ਉਹ ਜਸਟ ਇੱਕ ਆਫਰ ਲੈਟਰ ਮੰਗਵਾਉਂਦੇ ਆ, ਉਹ ਇਹ ਨਹੀਂ ਦੇਖਦੇ ਇਹ ਕਾਲਜ ਇਸ ਬੱਚੇ ਲਈ ਸੂਟੇਬਲ ਹੈ ਜਾਂ ਨਹੀਂ ਸੂਟੇਬਲ। 6 ਬੈਂਡ ਵਾਲਾ, 7 ਬੈਂਡ ਵਾਲਾ, 6.5 ਬੈਂਡ ਵਾਲੀ ਵਧੀਆ ਪ੍ਰੋਫਾਈਲ ਹੁੰਦੀ ਹੈ, ਰੀਸੈਂਟ ਪਾਸ ਆਊਟ ਹੁੰਦਾ, ਚੱਕ ਕੇ ਪ੍ਰਾਈਵੇਟ ਕਾਲਜਾਂ 'ਚ ਪਾ ਦਿੰਦੇ ਆ, ਉੱਥੇ ਬੱਚੇ ਦਾ ਨੁਕਸਾਨ ਹੋ ਜਾਂਦਾ। ਫਿਰ ਸਭ ਤੋਂ ਠੱਗੀ ਦਾ ਜਿਹੜਾ ਵੱਡਾ ਕਾਰਨ ਹੈ, ਪ੍ਰਾਈਵੇਟ ਕਾਲਜਾਂ ਦੇ ਵਿੱਚ ਫੀਸ ਜਾਂਦੀ ਹੈ ਬਾਅਦ 'ਚ, ਤੇ ਉਹਨਾਂ ਨੇ ਚੱਕ ਕੇ ਪੇਰੈਂਟਸ ਤੋਂ ਪਹਿਲਾਂ ਲੈ ਲੈਂਦੇ ਆ। ਫਿਰ ਮੈਂ ਪੇਰੈਂਟਸ ਨੂੰ ਵੀ ਇਹ ਗੱਲ ਕਹੂੰਗਾ ਵੀ ਤੁਸੀਂ ਉਹ ਫੀਸ ਜਿਹੜੀ ਹੈਗਾ ਉਹਨਾਂ ਦੇ ਖਾਤਿਆਂ 'ਚ ਕਿਉਂ ਪਾਉਂਦੇ ਹੋ, ਤੁਸੀਂ ਆਪਣੇ ਅਕਾਊਂਟ ਤੋਂ ਕਿਉਂ ਨਹੀਂ ਸਿੱਧਾ ਟ੍ਰਾਂਸਫਰ ਕਰਦੇ, ਤੇ ਉੱਥੇ ਠੱਗੀ ਦਾ ਸ਼ਿਕਾਰ ਹੁੰਦੇ ਨੇ। ਅਸੀਂ ਇਹ ਚੀਜ਼ਾਂ ਨਹੀਂ ਕਰਦੇ, ਇਸ ਕਰਕੇ ਅਸੀਂ ਕਹਿੰਦੇ ਕਿ ਸਾਡੇ ਤੇ ਤੁਸੀਂ ਟਰਸਟ ਕਰ ਸਕਦੇ। ਆਸਟ੍ਰੇਲੀਆ ਕੈਨੇਡਾ ਦੇ ਵਿੱਚ ਤੁਸੀਂ ਸਟੂਡੈਂਟਸ ਨੂੰ ਭੇਜਦੇ ਹੋ, ਬਿਲਕੁਲ। ਔਰ ਐਦਾਂ ਵੀ ਹੁੰਦਾ ਹੈ ਕਿ ਕਈ ਵਾਰ ਬੱਚੇ ਆਉਂਦੇ ਨੇ, ਤੁਹਾਨੂੰ ਸਾਰਾ ਕੁਝ ਦੱਸਦੇ ਨੇ, ਤਾਂ ਸਭ ਕੁਝ ਸੈੱਟ ਹੁੰਦਾ ਹੈ, ਸਾਰਾ ਕੁਝ ਏਜੰਟ ਆਪਣੇ ਵੱਲੋਂ ਬੈਸਟ ਕਰਦਾ ਹੈ, ਬੱਚੇ ਆਪਣੇ ਵੱਲੋਂ ਪੂਰਾ ਐਫਰਟ ਕਰਦੇ ਨੇ ਕਿ ਅਸੀਂ ਬੈਂਡ ਵੀ ਲੈ ਲਏ, ਸਾਡੀ ਕੋਈ ਪ੍ਰੋਫਾਈਲ ਦੇ ਵਿੱਚ ਕੋਈ ਘਾਟ ਨਹੀਂ ਹੈਗੀ, ਪਰ ਫਿਰ ਵੀ ਰਿਫਿਊਜ਼ਲ ਆਉਂਦੀ ਹੈ। ਦੇਖੋ ਕੈਨੇਡਾ ਦੇ ਵਿੱਚ ਜ਼ਿਆਦਾਤਰ ਨਾ 2 ਪੁਆਇੰਟ ਹੈਗੇ ਨੇ ਰਿਫਿਊਜ਼ਲ ਦੇ ਜਿਹੜੇ ਆਉਂਦੇ ਆ। ਇੱਕ ਤਾਂ ਉਹ ਇਹ ਕਹਿੰਦੇ ਕਿ ਤੁਸੀਂ ਬੋਨਾਫਾਈਡ ਸਟੂਡੈਂਟ ਹੀ ਹੈਗੇ, ਠੀਕ ਹੈ। ਇੱਕ ਉਹ ਜ਼ਿਆਦਾਤਰ ਇਹ ਗੱਲ ਕਹਿੰਦੇ ਕਿ ਤੁਸੀਂ ਆਫਟਰ ਸਟੱਡੀ ਵਾਪਸ ਨਹੀਂ ਆਉਣਾ। ਇੱਕ ਸਹੀ ਪ੍ਰੋਫਾਈਲ ਦੇ ਵਿੱਚ ਵੀ ਕਈ ਵਾਰੀ ਇਹ ਰਿਫਿਊਜ਼ਲ ਆ ਜਾਂਦੀ ਆ, ਬਟ ਉਹਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਕੈਨੇਡਾ ਦੀ ਰਿਫਿਊਜ਼ਲ ਕੋਈ ਰਿਫਿਊਜ਼ਲ ਨਹੀਂ ਹੈ, ਤੁਸੀਂ ਰੀਫਾਈਲ ਕਰੋ ਉਹਨੂੰ ਸਹੀ ਤਰੀਕੇ ਨਾਲ। ਉਹਨਾਂ ਨੇ ਜੋ ਤੁਹਾਡੇ ਰਿਫਿਊਜ਼ਲ ਲੈਟਰ ਦੇ ਵਿੱਚ ਦੱਸਿਆ, ਉਹਨਾਂ ਨੂੰ ਜੋ ਡਾਊਟ ਹੈ, ਉਹਨਾਂ ਦੀ SOP ਦੇ ਰਾਹੀਂ ਆਪਣਾ ਡਾਊਟ ਕਲੀਅਰ ਕਰੋ, ਰੀਫਾਈਲ ਕਰੋ। ਅਸੀਂ ਵੀ ਹੁਣ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਰੀਫਾਈਲ ਕਰੋ, ਸਾਡੇ ਕੋਲ ਕਰੋ। ਅਸੀਂ ਐਮਬੈਸੀ ਫੀਸ ਵੀ ਨਹੀਂ ਲੈ ਰਹੇ ਤੁਹਾਡੇ ਤੋਂ, ਜਿੰਨੇ ਵੀ, ਚਾਹੇ ਤੁਹਾਡੀ 1 ਵਾਰ ਰਿਫਿਊਜ਼ਲ ਹੈ, 2 ਵਾਰ ਹੈ, 4 ਵਾਰ, 5 ਵਾਰ, 10 ਵਾਰ, ਤੁਸੀਂ ਇੱਕ ਵਾਰੀ ਸਾਡੇ ਕੋਲ ਆਓ, ਡਿਸਕਸ ਕਰੋ, ਆਪਣਾ ਪ੍ਰੋਫਾਈਲ ਸਾਰਾ ਲੈ ਕੇ ਆਓ, ਜਿੰਨੀ ਵੀ ਤੁਹਾਡੀ ਪਿਛਲੀ ਪ੍ਰੋਫਾਈਲ ਹੈ, ਜੋ ਵੀ ਹੈ, ਤੋਂ ਸਾਨੂੰ ਸੱਚ ਦੱਸੋ, ਹੈ ਨਾ, ਕੁਝ ਵੀ ਲੁਕਾਓ ਨਾ ਸਾਡੇ ਕੋਲ, ਤਾਂ ਜ਼ਰੂਰ ਵੀਜ਼ਾ ਆਊਗਾ। ਅੱਛਾ, 10 ਵਾਰ ਕਿਸੇ ਦਾ ਰਿਫਿਊਜ਼ਲ ਆਇਆ ਹੋਵੇ ਤਾਂ ਉਹਦਾ ਵੀਜ਼ਾ ਵੀ ਤੁਸੀਂ ਲੈ ਕੇ ਦਿੰਦੇ ਹੋ? ਚਲੋ 10 ਵਾਰ ਕਹਿ ਸਕਦੇ ਆਪਾਂ, ਤਾਂ ਨਾਰਮਲੀ ਜਿਹੜੀ ਗੱਲ ਹੈ 5-7 ਵਾਰ ਤਾਂ ਨਾਰਮਲ ਰੂਟੀਨ ਸਾਡੇ ਕੋਲ ਆਉਂਦੀਆਂ ਨੇ ਫਾਈਲਾਂ। ਹਾਂ, 7 ਵਾਰ ਜਿਹਨਾਂ ਦੇ ਰਿਫਿਊਜ਼ਲ ਹੋਏ? ਬਿਲਕੁਲ ਜੀ, ਬਿਲਕੁਲ। 7 ਬੈਂਡ ਵਾਲਾ ਬੱਚਾ ਮੇਰੇ ਕੋਲ ਪਿਛਲੇ ਮਹੀਨੇ ਇੱਕ ਮਤਲਬ ਉਹਦਾ ਵੀਜ਼ਾ ਗ੍ਰਾਂਟ ਹੋਇਆ, ਬੱਚਾ ਪਹਿਲਾਂ 7 ਵਾਰ 8ਵੀਂ ਵਾਰ ਰਿਫਿਊਜ਼ਲ ਆਇਆ ਉਹਦਾ। ਇਸ ਤਰ੍ਹਾਂ ਦੀਆਂ ਪ੍ਰੋਫਾਈਲਸ ਨੇ ਜੀ। ਹਰਿਆਣੇ ਤੋਂ ਏਜੰਟ ਸਾਡੇ ਕੋਲ ਫਾਈਲਾਂ ਲੈ ਕੇ ਆਉਂਦੇ ਆ, ਹੈ ਨਾ, USA ਦੀਆਂ ਫਾਈਲਾਂ ਲੈ ਕੇ ਆਉਂਦੇ, 20 ਫਾਈਲਾਂ ਇਕੱਠੀਆਂ ਚੱਕ ਕੇ ਲਿਆਉਂਦਾ। ਉਹ ਮੈਂ ਕਹਿੰਦਾ ਮੈਨੂੰ 20 ਫਾਈਲਾਂ ਨਹੀਂ ਚਾਹੀਦੀਆਂ, ਮੈਨੂੰ ਇਹ 'ਚੋਂ 2 ਫਾਈਲਾਂ ਦੇ ਦੇ, ਕਿਉਂ ਬੱਚਾ ਨੁਕਸਾਨ ਕਰਦਾ। ਉਹ ਕਹਿੰਦੇ ਨਹੀਂ ਜੀ ਹਮਨੇ ਤਾਂ ਉਠਾ ਲਈ। ਮੈਨੇ ਯਾਰ ਇਦਾਂ ਨਾ ਕਰੋ, ਗਲਤ ਗੱਲ ਹੈ। ਲੋਕਲ ਏਜੰਟ ਇਹ ਪ੍ਰੋਬਲਮ ਕ੍ਰੀਏਟ ਕਰਦਾ। ਕਦੇ ਇਦਾਂ ਵੀ ਹੁੰਦਾ ਜਿਹੜਾ ਬੱਚਾ ਤੁਹਾਡੇ ਕੋਲ ਆਇਆ ਹੋਵੇ ਤਾਂ ਲੱਗਾ ਕਿ ਨਹੀਂ ਇਹਦੇ ਰਿਫਿਊਜ਼ਲ ਆਉਣ ਦੇ ਚਾਂਸ ਹੈਗੇ ਆ, ਜਾਂ ਕੋਈ ਘਾਟ ਹੈਗੀ ਆ ਪ੍ਰੋਫਾਈਲ ਦੇ ਵਿੱਚ, ਅਸੀਂ ਨਹੀਂ ਲਗਾ ਸਕਦੇ, ਬੱਚੇ ਨੂੰ ਮੋੜਿਆ ਵੀ ਕਦੇ, ਕਿ ਜਾਂ ਫਿਰ ਤੁਸੀਂ ਇਦਾਂ ਹੁੰਦਾ ਕਿ ਅਸੀਂ ਨਾ ਪੂਰਾ ਦਾਅਵਾ ਹੀ ਠੋਕਣਾ ਹੁੰਦਾ ਹੈ? ਨਹੀਂ, ਦੇਖੋ ਜੋ ਪ੍ਰੋਫਾਈਲ ਨਹੀਂ ਸੂਟੇਬਲ, ਅਸੀਂ ਬੱਚੇ ਦਾ ਨੁਕਸਾਨ ਨਹੀਂ ਕਰਦੇ। ਅਸੀਂ ਉਹਨੂੰ ਕਹਿੰਦੇ ਕਿ ਅਗਰ ਤੂੰ ਫਿਰ ਵੀ ਜਾਣਾ ਚਾਹੁੰਦਾ, ਜਾਂ ਤਾਂ ਕੰਟਰੀ ਚੇਂਜ ਕਰ ਲੈ ਜਾਂ ਆਪਣੀ ਪ੍ਰੋਫਾਈਲ ਸਟਰੋਂਗ ਕਰ ਲੈ। ਆਇਲਸ ਘੱਟ ਹੈ ਤੇਰੇ ਤਾਂ ਆਇਲਸ ਦੁਬਾਰਾ ਕਰ, ਮਿਹਨਤ ਕਰ। ਜੇ ਤੇਰੇ ਪਰਸੈਂਟੇਜ ਘੱਟ ਹੈ ਤਾਂ ਦੁਬਾਰਾ +2 ਕਰ, ਬੋਰਡ ਚੇਂਜ ਕਰ ਲੈ, CBSE ਚੋਂ ਨਹੀਂ ਆਏ ਸਟੇਟ ਬੋਰਡ ਚੋਂ ਲੈ ਲੈ, ਹੈ ਨਾ, ICSE ਚੋਂ ਆਏ ਤਾਂ CBSE ਚੋਂ ਲੈ ਲੈ। 1 ਸਾਲ +2 ਦੁਬਾਰਾ ਕਰਨ ਨਾਲ ਕੋਈ ਉਹਦਾ ਗੈਪ ਨਹੀਂ ਵੱਧ ਜਾਂਦਾ। ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਗਲਤ ਪਾਈ ਜਾਂਦੀ ਹੈ ਵੀ ਇਹ ਤੂੰ +2 ਦੁਬਾਰਾ ਕਰ ਲਈ ਤਾਂ ਤੇਰਾ ਗੈਪ ਬਣ ਜਾਊਗਾ 1 ਸਾਲ ਦਾ। ਨਹੀਂ, ਇੱਦਾਂ ਕੁਛ ਨਹੀਂ ਹੁੰਦਾ। ਤੁਸੀਂ ਕਹਿ ਸਕਦੇ ਹੋ ਕਿ ਮੇਰਾ ਠੀਕ ਹੈ, ਮੇਰਾ ਸਕੋਰ ਸੀ ਲਾਸਟ ਈਅਰ ਤਾਂ ਮੈਂ ਉਹਨੂੰ ਇੰਪਰੂਵ ਕੀਤਾ। ਸੋ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਅਕਸਰ ਸੀ ਬੱਚੇ ਪੜ੍ਹਦੇ ਆ ਕਿ ਕਿਸੇ ਦੇ 5.5 ਬੈਂਡ, ਕਿਸੇ ਦੇ 6.5, ਕਿਸੇ ਦੇ 6 ਬੈਂਡ ਹੁੰਦੇ ਨੇ, ਤਾਂ ਆਸਟ੍ਰੇਲੀਆ ਕੀ ਕਹਿੰਦਾ ਹੈ ਕਿ ਜਿਹੜੇ ਪ੍ਰੋਪਰ ਫਿਕਸ ਬੈਂਡ ਕਿੰਨੇ ਹੋਣੇ ਚਾਹੀਦੇ ਕਿ ਬੱਚੇ ਦਾ ਵੀਜ਼ਾ ਜ਼ਰੂਰ ਆਵੇ? ਦੇਖੋ ਮਨਦੀਪ, ਇੱਥੇ 2 ਗੱਲਾਂ ਨੇ। ਜੇ ਅਸੀਂ ਗੱਲ ਕਰੀਏ ਰੀਸੈਂਟ ਪਾਸ ਆਊਟ ਦੀ, ਹੈ ਨਾ, ਬੱਚੇ ਦੀ ਪ੍ਰੋਫਾਈਲ ਦੀ ਗੱਲ ਕਰੀਏ ਤਾਂ 5.5 ਬੈਂਡ ਨਾਲ, ਜਿਵੇਂ 20 ਪਾਸ ਆਊਟ 21 ਪਾਸ ਆਊਟ ਦੀ ਗੱਲ ਕਰਾਂ ਤਾਂ 5.5 ਬੈਂਡ ਨਾਲ ਮੈਂ ਫਾਈਲਾਂ ਲੈ ਰਿਹਾ, ਉਹ ਵੀ ਮੈਂ ਪੈਕੇਜ ਦੇ ਵਿੱਚ ਲੈ ਰਿਹਾ, ਹੈ ਨਾ, ਜਿਹਦੇ ਵਿੱਚ ਮੈਂ ਕਹਿ ਰਿਹਾ ਐਮਬੈਸੀ ਫੀਸ ਵੀ ਅਸੀਂ ਪੇ ਕਰਾਂਗੇ, ਤੁਸੀਂ ਨਹੀਂ ਪੇ ਕਰਨੀ। ਬੱਚੇ ਨੂੰ ਨਹੀਂ ਕਹਿੰਦੇ ਤੁਸੀਂ ਸਾਨੂੰ ਬਾਅਦ 'ਚ ਪੈਸੇ ਦਿਓ। ਔਰ ਜੇ ਗੱਲ ਕਰੀਏ 6 ਬੈਂਡ 6.5, ਹਾਂ, ਅਗਰ ਉਹਨਾਂ ਦੇ 1-2 ਸਾਲ ਹੋਰ ਪੁਰਾਣੇ ਆ ਤਾਂ ਅਸੀਂ 6.5 ਬੈਂਡ ਵਾਲੀ ਪ੍ਰੋਫਾਈਲ ਲੈਂਦੇ ਹਾਂ। ਰੀਸੈਂਟ ਪਾਸ ਆਊਟ ਅਸੀਂ ਮੰਨਦੇ 1 ਸਾਲ ਜਾਂ 2 ਸਾਲ, ਜਿਵੇਂ ਹੁਣ 21 ਹੋ ਗਿਆ, 20 ਹੋ ਗਿਆ, ਅਸੀਂ ਉਹਨੂੰ ਰੀਸੈਂਟ ਪਾਸ ਆਊਟ ਮੰਨਦੇ ਹਾਂ। ਉਸ ਤੋਂ ਪੁਰਾਣੇ ਬੱਚੇ ਜਿਹੜੇ ਹੈਗੇ ਆ, ਉਹ 'ਤੇ ਫਿਰ ਫਾਈਲ ਦਾ ਡਿਜ਼ਾਈਨ ਕੀ ਕਰਨਾ, ਉਹਦੀ SOP ਕਿੱਦਾਂ ਹੋਣੀ ਚਾਹੀਦੀ, ਉਹਦੀ GT ਕਿੱਦਾਂ ਕਲੀਅਰ ਹੋਊਗੀ, ਇਹ ਚੀਜ਼ 'ਤੇ ਡਿਪੈਂਡ ਕਰਦਾ। ਕਹਿ ਸਕਦੇ ਕਿ ਤੁਸੀਂ ਮਾਹਿਰ ਹੋ ਕਿ 5.5 ਵਿੱਚ ਵੀ ਵੀਜ਼ਾ ਲੈ ਕੇ ਦੋਗੇ? ਬਿਲਕੁਲ, ਅਸੀਂ ਦਾਅਵਾ ਕਰਦੇ ਹਾਂ ਇਸ ਚੀਜ਼ ਦਾ। 5.5 ਵਿੱਚ ਵੀ? 5.5 ਜਿੰਨੇ ਆਉਣਾ ਸੁਣ ਲਓ ਧਿਆਨ ਨਾਲ, ਕੀ ਕਹਿੰਦੇ 5.5 ਅਸੀਂ ਵੀਜ਼ਾ ਲੈ ਕੇ ਦੇਣਾ ਆ, ਤੇ ਜ਼ਰੂਰ ਆ ਕੇ ਅਜਮਾ ਕੇ ਦੇਖਿਓ, ਭਾਵੇਂ ਇਹਨਾਂ ਦੇ ਇਸ ਦਾਅਵੇ ਨੂੰ ਵਾਕਈ ਪੂਰਾ ਵਾਅਦਾ ਕਰਕੇ ਜਾਂਦੇ ਕਿ ਦਾਅਵਾ ਹੀ ਫੋਕਾ ਨਿਕਲਦਾ ਹੈ, ਤਾਂ ਜ਼ਰੂਰ ਇੱਕ ਵਾਰ ਤੁਸੀਂ ਆਇਓ। ਬੱਚੇ ਦਾ ਕੋਈ ਪੈਸਾ ਨਹੀਂ ਲੱਗਣ ਦਾਂਗੇ, ਅਸੀਂ ਸਾਰੇ ਪੈਸੇ ਬੱਚੇ ਤੋਂ ਬਾਅਦ 'ਚ ਲਵਾਂਗੇ, ਸਿਰਫ ਡਾਕੂਮੈਂਟਸ ਲਵਾਂਗੇ ਅਸੀਂ ਬੱਚੇ ਤੋਂ।
ਇਹ ਵੀ ਕਿਹਾ ਜਾਂਦਾ ਕਿ ਅਸੀਂ ਬਿਨਾਂ ਆਇਲਸ ਤੋਂ ਵੀ ਤੁਹਾਨੂੰ ਭੇਜ ਸਕਦੇ ਹਾਂ, ਕਿ ਤੁਹਾਡੇ ਵੱਲੋਂ ਵੀ ਕਿ ਇਦਾਂ ਕਿਹਾ ਜਾਂਦਾ? ਨਹੀਂ, ਬਿਨਾਂ ਆਇਲਸ ਵੱਲੋਂ ਅਸੀਂ ਆਸਟ੍ਰੇਲੀਆ ਕੈਨੇਡਾ ਨਹੀਂ ਭੇਜ ਸਕਦੇ। ਬਿਨਾਂ ਆਇਲਸ ਅਸੀਂ ਯੂਕੇ ਭੇਜ ਸਕਦੇ ਹਾਂ। ਯੂਕੇ ਜਾਣ ਵਾਲੇ ਬੱਚੇ ਆ ਜਿਹੜੇ, ਅੱਜ ਦੇ ਟਾਈਮ 'ਚ ਬੜੀ ਪ੍ਰੋਬਲਮ ਆ ਰਹੀ ਹੈ ਬੱਚਿਆਂ ਨੂੰ ਇੰਟਰਵਿਊ ਫੇਸ ਕਰਨੀ, ਚਾਹੇ ਉਹ ਕਾਲਜ ਯੂਨੀਵਰਸਿਟੀ ਦੀ ਹੈ, ਯੂਕੇ 'ਚ ਜ਼ਿਆਦਾਤਰ ਯੂਨੀਵਰਸਿਟੀ ਦੀ ਹੈ, ਤੇ ਚਾਹੇ ਉਹ ਅੰਬੈਸੀ ਦੀ ਹੈ। ਇੰਟਰਵਿਊ ਤਾਂ ਬੜਾ ਚੱਲਦੇ ਆ। ਅੰਬੈਸੀ ਦੀ ਇੰਟਰਵਿਊ ਨੂੰ ਤਾਂ ਕੋਈ ਰੋਕ ਨਹੀਂ ਸਕਦਾ, ਉਹ ਤਾਂ ਬੱਚੇ ਨੂੰ ਖੁਦ ਦੇਣੀ ਹੀ ਪਏਗੀ। ਹਾਂ, ਯੂਨੀਵਰਸਿਟੀ ਦੀ ਇੰਟਰਵਿਊ ਅਸੀਂ ਰੋਕ ਸਕਦੇ ਹਾਂ ਅਗਰ ਉਹਦੇ ਪਰਸੈਂਟੇਜ ਅੱਛੇ ਹੈ, ਉਹਨੂੰ ਅਗਰ ਉਹ 2 ਤੋਂ 4 ਸਾਲ ਦੇ ਵਿੱਚ ਦਾ ਗੈਪ ਹੈ ਉਹਦਾ, ਤਾਂ ਅਸੀਂ ਉਹਨੂੰ ਵਿਦਆਊਟ ਆਇਲਸ ਵਿਦਆਊਟ ਇੰਟਰਵਿਊ ਯੂਕੇ ਦਾ ਕਾਸ ਲੈ ਕੇ ਦੇਵਾਂਗੇ। ਜਿਸ ਬੱਚੇ ਦਾ ਕਾਸ ਆ ਗਿਆ ਉਹਦਾ ਵੀਜ਼ਾ ਕਨਫਰਮ ਹੈ। ਯੂਕੇ ਫਿਰ ਉਹਦਾ ਵੀਜ਼ਾ ਨਹੀਂ ਰੁਕਦਾ, ਬਾਈ ਸ਼ਰਤ ਹੈ ਉਹਦਾ ਕੋਈ ਡਾਕੂਮੈਂਟਸ ਫਰਾਡ ਨਾ ਹੋਵੇ। ਇੰਟਰਵਿਊਜ਼ ਕਿਹੜੇ ਦੇਸ਼ ਲਈ ਹੁੰਦੇ? ਦੇਖੋ, ਇੰਟਰਵਿਊ ਅੰਬੈਸੀ ਦੀ ਗੱਲ ਕਰਾਂ ਤਾਂ USA ਦੀ, ਅਗਰ ਯੂਨੀਵਰਸਿਟੀ ਦੀ ਗੱਲ ਕਰਾਂ ਤਾਂ UK। ਕੈਨੇਡਾ ਆਸਟ੍ਰੇਲੀਆ ਦਾ ਕੋਈ ਚੱਕਰ ਨਹੀਂ ਹੈ। ਕੈਨੇਡਾ ਦੇ ਵਿੱਚ ਕੋਈ ਇੰਟਰਵਿਊ ਨਹੀਂ ਆ ਰਹੀ। ਆਸਟ੍ਰੇਲੀਆ ਦੇ ਵਿੱਚ ਵੀ ਕਿਸੇ ਯੂਨੀਵਰਸਿਟੀ ਦੇ ਵਿੱਚ GT ਕਲੀਅਰ ਕਰਨ ਵਾਸਤੇ ਇੰਟਰਵਿਊ ਆਉਂਦੀ, ਔਰ ਅੰਬੈਸੀ ਦੀ ਇੰਟਰਵਿਊ ਤਾਂ ਕਦੀ ਵੀ ਕਿਸੇ ਵੀ ਕੇਸ ਦੇ ਵਿੱਚ ਆ ਸਕਦੀ ਹੈ। ਨਾਰਮਲੀ ਕੈਨੇਡਾ ਆਸਟ੍ਰੇਲੀਆ 'ਚ ਨਹੀਂ ਆਉਂਦੀ, UK 'ਚ ਵੀ ਨਹੀਂ ਆਉਂਦੀ। ਕੋਈ 100 ਪਿੱਛੇ ਇੱਕ ਕੇਸ ਹੋਵੇ ਤਾਂ ਗੱਲ ਵੱਖਰੀ। ਕੋਵਿਡ ਕਰਕੇ ਬਹੁਤ ਸਾਰੇ ਬੱਚੇ ਤੇ ਸਟਕ ਵੀ ਹੋ ਗਏ ਨੇ, ਕਿਉਂਕਿ ਕਈਆਂ ਦੀ ਫਾਈਲਸ ਲੱਗੀਆਂ ਸੀ, ਉਹਨਾਂ ਦੇ ਵੀਜ਼ੇ ਨਹੀਂ ਆ ਰਹੇ, ਔਰ ਕਈਆਂ ਨੇ ਹਾਲੇ ਲਗਾਉਣੀ ਹੈ ਫਾਈਲ। ਤਾਂ ਬੱਚੇ ਡਰਦੇ ਨੇ ਅੰਦਰੋਂ ਕਿ ਅਸੀਂ ਹੁਣ ਜੇ ਜਾਣਾ ਵੀ ਆ ਤਾਂ ਇਹ ਨਾ ਹੋਵੇ ਅਸੀਂ ਗਲਤ ਏਜੰਟ ਦੇ ਹੱਥੇ ਚੜ ਜਾਈਏ। ਤੁਹਾਡੇ ਕੋਲ ਆਉਣ 'ਚ ਤੁਸੀਂ ਦਾਅਵਾ ਕਰਦੇ ਹੋ ਕਿ ਅਸੀਂ ਵੀਜ਼ਾ ਵੀ ਲੈ ਕੇ ਦੇਵਾਂਗੇ, ਅਸੀਂ ਵੈਸੀ ਫੀਸ ਵੀ ਦੇਵਾਂਗੇ, ਤੁਹਾਡੀ ਫੀਸ ਵੀ ਸਾਰੀ ਦੇਵਾਂਗੇ। ਇਹੋ ਜਿਹਾ ਕਿਉਂ ਤੁਸੀਂ ਕਰਦੇ ਹੋ ਕਿ ਅਸੀਂ ਸਭ ਕੁਝ ਪਹਿਲਾਂ ਕਰਾਂਗੇ, ਉਸ ਤੋਂ ਬਾਅਦ ਤੁਸੀਂ ਤੁਸੀਂ ਬਾਅਦ 'ਚ ਫੀਸ ਦਿਓ? ਦੇਖੋ, ਇੱਕ ਤਾਂ ਬੱਚੇ ਪਹਿਲਾਂ ਰਿਫਿਊਜ਼ ਹੋ ਚੁੱਕੇ ਆ। ਇੱਕ ਵਾਰੀ ਜਦੋਂ ਬੱਚਾ ਰਿਫਿਊਜ਼ ਹੁੰਦਾ, ਅਗਰ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਉਹ ਨਾ ਕਰਦੇ 2-2.5 ਲੱਖ ਦੇ ਥੱਲੇ ਆ ਜਾਂਦਾ। 2-2.5 ਲੱਖ ਰੁਪਏ ਦਾ ਆਪਣਾ ਨੁਕਸਾਨ ਕਰਵਾ ਬੈਠਦਾ। ਅਗਰ ਕੈਨੇਡਾ ਦੀ ਗੱਲ ਕਰਾਂ ਤਾਂ ਉਹ ਤਕਰੀਬਨ ਲੱਖ ਰੁਪਏ ਦਾ ਆਪਣਾ ਨੁਕਸਾਨ ਕਰਵਾ ਦਿੰਦਾ। ਕਿਸੇ ਵਾਰੀ ਤਾਂ ਜ਼ਿਆਦਾ ਵੀ ਹੋ ਜਾਂਦਾ। ਹੁਣ ਅਸੀਂ ਕਹਿੰਦੇ ਕਿ ਤੁਹਾਡਾ ਇਹ ਨੁਕਸਾਨ ਹੈ ਜਿਹੜਾ ਅਸੀਂ ਬੀਅਰ ਕਰਨ ਨੂੰ ਤਿਆਰ ਹਾਂ, ਅਸੀਂ ਚੱਲਾਂਗੇ ਤੁਹਾਡਾ ਨੁਕਸਾਨ, ਤੁਸੀਂ ਕੋਈ ਵੀ ਪੈਸਾ ਨਾ ਲਗਾਓ, ਸਾਰਾ ਪੈਸਾ ਅਸੀਂ ਲਗਾਵਾਂਗੇ। ਤੇ ਅਸੀਂ ਇੱਕ ਕਾਰਨ ਇਹ ਹੈ। ਦੂਸਰਾ ਕਾਰਨ ਇਹ ਵੀ ਜ਼ਿਆਦਾਤਰ ਇਹ ਕੋਵਿਡ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ, ਕੋਵਿਡ ਵਾਲੇ ਗੱਲ ਦੇ ਵਿੱਚ ਬੱਚਿਆਂ ਦੀ ਫਾਈਲਸ ਵੀ ਖਰਾਬ ਹੋਈਆਂ, ਚਾਹੇ ਕੁਝ ਏਜੰਟਸ ਦੀ ਗਲਤੀਆਂ ਨਾਲ ਜਾਂ ਕੁਝ ਸਰਕਾਰਾਂ ਦੀਆਂ ਗਲਤੀਆਂ ਨਾਲ। ਬੱਚੇ ਵਿਚਾਰੇ ਬੜੇ ਪਰੇਸ਼ਾਨ ਹੋਏ 2 ਸਾਲ, ਤੇ ਉਹਦੇ ਕਰਕੇ ਬੱਚੇ ਡਰੇ ਵੀ ਬਹੁਤ ਹੋਏ। ਪੈਸਾ ਲਾ ਕੇ ਨਹੀਂ ਤਿਆਰ, ਉਹ ਕਹਿੰਦੇ ਨਹੀਂ ਤੁਸੀਂ ਸਾਨੂੰ ਵੀਜ਼ਾ ਲੈ ਦਿਓ, ਤੁਸੀਂ ਬਾਅਦ ਚ ਲਓ ਸਾਡੇ ਤੋਂ। ਅਸੀਂ ਕਹਿੰਦੇ ਠੀਕ ਹੈ, ਡਨ ਹੈ। ਜਿਸ ਪ੍ਰੋਫਾਈਲ ਨੂੰ ਲੈ ਕੇ ਅਸੀਂ ਕੌਨਫੀਡੈਂਟ ਆ ਵੀ ਅਸੀਂ ਇਹਦਾ ਵੀਜ਼ਾ ਕਢਾ ਸਕਦੇ ਹਾਂ, ਅਸੀਂ ਉਸ ਫਾਈਲ ਦੇ ਨਾਲ ਕਮਿਟਮੈਂਟ ਕਰਦੇ ਹਾਂ। ਇਸ ਤਰ੍ਹਾਂ ਨਹੀਂ ਹੈ ਕਿ ਹਰ ਫਾਈਲ ਨੂੰ ਅਸੀਂ ਕਹਿ ਦਈਏ ਵੀ ਕੋਈ ਵੀ ਸਾਡੇ ਕੋਲੇ ਆ ਗਿਆ ਤੇ ਅਸੀਂ ਕਿਹਾ ਵੀ ਅਸੀਂ ਤੈਨੂੰ ਵੀਜ਼ਾ ਲੈ ਕੇ ਦੇਵਾਂਗੇ ਤੇ ਪੈਸੇ ਸਾਰੇ ਬਾਅਦ ਚ। ਹਰ ਫਾਈਲ ਨੇ ਉਹਦੇ ਚ ਸਾਡੇ ਕੁਝ ਪੈਰਾਮੀਟਰਸ ਨੇ, ਉਹ ਪੈਰਾਮੀਟਰ ਦੇ ਵਿੱਚ ਬੱਚਾ ਸੈੱਟ ਹੋਣਾ ਜ਼ਰੂਰੀ ਹੈ। ਹੈਡ ਆਫਿਸ ਮੋਹਾਲੀ ਦੇ ਵਿੱਚ ਹੈ। ਮੋਹਾਲੀ ਦੇ ਵਿੱਚ ਬਥੇਰੇ ਇਮੀਗ੍ਰੇਸ਼ਨ ਆਫਿਸ ਨੇ। ਕੋਈ ਕਹਿੰਦਾ ਕਿ ਮੈਂ ਤੁਹਾਨੂੰ ਲੈ ਕੇ ਦੇਵਾਂਗਾ ਵੀਜ਼ਾ 15 ਲੱਖ ਚ ਕੈਨੇਡਾ ਦਾ, ਕੋਈ ਕਹਿੰਦਾ 17 ਲੱਖ, ਤੇ ਕੋਈ 12 ਲੱਖ, ਤੇ ਕੋਈ 20 ਲੱਖ ਵੀ ਲੈਂਦਾ ਆ। ਤਾਂ ਐਕਚੁਅਲ ਚ ਫੀਸ ਕਿਹੜੀ ਹੁੰਦੀ ਹੈ ਕਿ ਇੰਨੀ ਫੀਸ ਵਿੱਚ ਬੱਚਾ ਆਰਾਮਦਾਰੀ ਦੇ ਨਾਲ ਬਾਹਰ ਚਲਾ ਜਾਵੇ? ਤੇ ਇਹ ਵੱਖਰੀਆਂ ਫੀਸਾਂ ਸਾਨੂੰ ਸੁਣਨ ਨੂੰ ਕਿਉਂ ਮਿਲਦੀਆਂ ਨੇ? ਦੇਖੋ, ਅਸੀਂ 15-20 ਲੱਖ ਵਾਲੇ ਤਾਂ ਹੈ ਨਹੀਂਗੇ। ਅਸੀਂ ਤਾਂ ਜੋ ਫੀਸ ਹੈ ਬੱਚੇ ਦੀ ਉਸ ਤੋਂ ਥੋੜਾ ਜਿਹਾ ਉੱਪਰ ਲੈ ਕੇ ਜਾਂਦੇ ਹਾਂ। ਉਹ ਵੀ ਉਸ ਵਾਸਤੇ ਕਿ ਠੀਕ ਹੈ ਬੱਚੇ ਨੂੰ ਜੋ ਪੇਨ ਨਾ ਹੋਵੇ। ਅਸੀਂ ਉਹ ਸਿਸਟਮ ਨਹੀਂ ਰੱਖਿਆ ਕਿ 5-7 ਲੱਖ ਰੁਪਏ ਉੱਪਰ ਰੱਖ ਲਈਏ। ਅਸੀਂ ਇਹ ਟਰਾਂਸਪੇਰੈਂਟਲੀ ਬੱਚੇ ਨੂੰ ਕਹਿੰਦੇ ਆ ਟੋਟਲ ਖਰਚਾ ਤੇਰਾ ਇੰਨਾ, ਜਿਹਦੇ ਵਿੱਚ ਤੇਰੀ ਅੰਬੈਸੀ ਫੀਸ ਹੈ, ਐਪਲੀਕੇਸ਼ਨ ਫੀਸ ਹੈ, ਕਾਲਜ ਦੀ ਫੀਸ ਹੈ, ਠੀਕ ਹੈ। ਬਾਕੀ ਜਿਹੜਾ ਉੱਪਰ ਹੈਗਾ ਸਾਡਾ ਥੋੜਾ ਜਿਹਾ ਪੈਸਾ ਸਾਡਾ। ਬੱਚਾ ਬੜਾ ਖੁਸ਼ ਹੋ ਕੇ ਪੈਸੇ ਦੇ ਕੇ ਜਾਂਦਾ ਉਹ। ਅਗਰ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤਾਂ ਹੁਣ ਤੱਕ ਸਾਡੀਆਂ ਵੀ ਕਿਤੇ ਨਾ ਕਿਤੇ ਕੰਪਲੇਂਟਸ ਹੋਈਆਂ ਹੁੰਦੀਆਂ। ਟੱਚਵੁੱਡ ਸਾਡੀ ਅੱਜ ਤੱਕ ਕੋਈ ਕੰਪਲੇਂਟ ਨਹੀਂ ਹੈਗੀ, ਕੋਈ ਸਾਡੇ ਰਿਵਿਊਜ਼ ਬੈਡ ਨਹੀਂ ਹੈਗੇ। ਸਾਡੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾ ਕੇ ਤੁਸੀਂ ਚੈੱਕ ਕਰ ਲਓ, ਕਿਉਂਕਿ ਅਸੀਂ ਬੱਚਿਆਂ ਨਾਲ ਗਲਤ ਕਮਿਟਮੈਂਟ ਕਰਦੇ ਹੀ ਨਹੀਂ। ਗਲਤ ਕਮਿਟਮੈਂਟ ਕਰਨ ਤੋਂ ਬਾਅਦ, ਮੈਂ ਨਾਮ ਨਹੀਂ ਲੈਂਦਾ, ਮੋਹਾਲੀ ਚੰਡੀਗੜ੍ਹ ਦੇ ਕੁਝ ਐਸੇ ਏਜੰਟ ਹੈਗੇ ਨੇ ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਹੀ ਨਹੀਂ ਬਣਾਏ। ਉਹ ਕਿਉਂ ਨਹੀਂ ਬਣਾਏ? ਕਿਉਂਕਿ ਉਹਨਾਂ ਦਾ ਪਰਦਾ ਨਾ ਫਾਸ਼ ਹੋ ਜਾਏ। ਕਈਆਂ ਨੇ ਤਾਂ ਬੋਰਡ ਤੱਕ ਨਹੀਂ ਲਗਾਏ ਔਰ ਫਿਰ ਵੀ 100-200 ਫਾਈਲ ਚੱਕੀ ਫਿਰਦੇ ਆ। ਹੁਣ ਕੀ ਕਹਾਂ ਮੈਂ, ਧੰਦਾ ਬਣ ਗਿਆ ਬੁਰੀ ਤਰ੍ਹਾਂ, ਬਹੁਤ ਜ਼ਿਆਦਾ ਨੈਕਸਸ ਬਣ ਗਿਆ। ਕਿ ਇਹ ਜਿਹੜਾ ਇਸ ਟਾਈਮ ਤੇ ਹਰ ਪੰਜਾਬੀ, ਮੈਂ ਕਹਿੰਦੀ ਪੰਜਾਬ ਦਾ ਵਿਰਲਾ ਘਰ ਹੋਏਗਾ ਜਿਹਦੇ 'ਚ ਬੱਚਾ ਕਹੇਗਾ ਮੈਂ ਨਹੀਂ ਬਾਹਰ ਜਾਣਾ।
ਹਰ ਬੱਚਾ ਚਾਹੁੰਦਾ ਕਿ ਅਸੀਂ ਬਾਹਰ ਜਾਈਏ, ਠੀਕ ਹੈ। ਉਹ ਸਾਡਾ ਪਿੱਛੇ ਕੈਮਰਾਮੈਨ ਬੈਠਾ ਹੋਵੇ ਕਹਿੰਦਾ ਮੈਂ ਬਾਹਰ ਜਾਣਾ ਹੈ, ਸੋ ਹਰ ਬੰਦਾ ਕਹਿੰਦਾ ਕਿ ਅਸੀਂ ਬਾਹਰ ਜਾਣਾ ਆ। ਤਾਂ ਮਾਪੇ ਵੀ ਕਹਿੰਦੇ ਕਿ ਇੱਥੇ ਸਾਨੂੰ ਜੌਬ ਨਹੀਂ ਮਿਲਣੀ, ਜੇ ਮਿਲੀ ਵੀ ਤਾਂ 15,000 ਪਹਿਲਾਂ ਸਟਾਰਟਿੰਗ 8,000 'ਚ ਹੋਏਗੀ, ਤਾਂ ਇੰਨੇ ਨਾਲ ਬੱਚਾ ਹੌਲੀ ਹੌਲੀ ਕਿੱਥੇ ਕਿੰਨੇ ਕੁ 45,000 ਮਹੀਨੇ ਨਾਲ ਕਮਾਏਗਾ। ਤਾਂ ਮਾਪੇ ਵੀ ਚਾਹੁੰਦੇ ਕਿ ਬੱਚਾ ਬਾਹਰ ਸੈੱਟ ਹੋ ਜਾਏ, ਅਸੀਂ ਵੀ ਚਲ ਜਾਵਾਂਗੇ, ਸਭ ਪਰਿਵਾਰ ਸੈੱਟ ਹੋ ਜਾਏਗਾ। ਇਹ ਜਿਹੜੀ ਇੱਕ ਇਹ ਹੋੜ ਆ ਗਈ, ਇੱਕ ਹੋੜ ਆ ਗਈ ਏਜੰਟਸ ਦੀ। ਉਹ ਕਹਿੰਦੇ ਕਿ ਅਸੀਂ ਬਾਹਰ ਭੇਜਾਂਗੇ, ਦਾਅਵੇ ਕਰਨੇ ਸ਼ੁਰੂ ਕਰ ਦਿੰਦੇ ਨੇ। ਤਾਂ ਕੀ ਲੱਗਦਾ ਹੈ ਕਿ ਜ਼ਮੀਰ ਮਰਦੇ ਜਾਂਦੇ ਨੇ ਲੋਕਾਂ ਦੇ, ਕਿ ਦੇਖਿਆ ਨਹੀਂ ਜਾਂਦਾ, ਧੋਖਾ ਠੱਗੀਆਂ ਜਿਹੜੀਆਂ ਲੋਕ ਕਰਨਾ ਸ਼ੁਰੂ ਕਰ ਦਿੰਦੇ ਨੇ? ਬੜਾ ਸੀਰੀਅਸ ਕੁਐਸਚਨ ਪੁੱਛਿਆ ਮਨਦੀਪ ਜੀ ਤੁਸੀਂ। ਇਹ ਮੈਂ ਤੁਹਾਡੀ ਪਹਿਲੀ ਗੱਲ ਤੇ ਆਉਣਾ। ਪਹਿਲਾਂ ਸਾਡੇ ਪੰਜਾਬੀ 7 ਸਮੁੰਦਰ ਪਾਰ ਵਲੈਤ ਜਾਂਦੇ ਸੀ, ਉਹਨਾਂ ਦੀਆਂ ਬੜੀਆਂ ਮਜਬੂਰੀਆਂ ਸੀਗੀਆਂ। ਪਿੱਛੋਂ ਪਰਿਵਾਰ ਦੀ ਰੋਟੀ, ਕਿਸੇ ਦੀ ਜੋ ਆਪਣਾ ਬੁਰੇ ਹਾਲਾਤਾਂ ਚੋਂ ਪੰਜਾਬ ਨਿਕਲਿਆ ਉਹਦੀ ਵਜ੍ਹਾ ਕਰਕੇ ਜਾਂਦੇ ਸੀਗੇ। ਹੁਣ ਇੱਕ ਇਹ ਦੌੜ ਲੱਗ ਗਈ ਹੈ। ਉਹ ਜੋ ਅੱਜ ਦਾ ਜ਼ਮਾਨਾ ਹੈ, ਜਿਸ ਨੂੰ ਪੈਸੇ ਦੀ ਇੱਥੇ ਕੋਈ ਕਮੀ ਨਹੀਂ, ਉਹ ਵੀ ਕਹਿੰਦਾ ਮੈਂ ਬਾਹਰ ਪੜ੍ਹਨਾ। ਜਿਹਦੀ ਮਜਬੂਰੀ ਹੈ ਉਹਨੇ ਤਾਂ ਪੜ੍ਹਨਾ ਹੀ ਪੜ੍ਹਨਾ। ਅੱਜ ਦੇ ਟਾਈਮ 'ਚ ਜੋ ਨਹੀਂ ਜਾ ਪਾਉਂਦਾ, ਉਹ ਸਿਰਫ 2 ਬੱਚੇ ਨੇ ਜਿਹਦੇ ਕੋਲ, ਜੋ ਅਫੋਰਡ ਨਹੀਂ ਕਰਦਾ ਜਾਂ ਜੋ ਜਿਸ ਦਾ ਪ੍ਰੋਫਾਈਲ ਸੂਟੇਬਲ ਨਹੀਂ ਹੈ, ਚਾਹੇ ਉਹ ਕਿਸੇ ਵੀ ਕੰਟਰੀ ਦਾ ਸਟੱਡੀ ਵੀਜ਼ਾ। ਸਿਰਫ 2 ਹੀ ਕਾਰਨ ਨੇ ਜੋ ਬੱਚਾ ਅੱਜ ਦੇ ਟਾਈਮ 'ਚ ਨਹੀਂ ਜਾ ਰਿਹਾ। ਨਹੀਂ ਅਦਰਵਾਈਜ਼ ਕਹਿੰਦੇ ਸਾਰੇ ਅਸੀਂ ਮਤਲਬ ਬਾਹਰ ਜਾਣਾ। ਹੁਣ ਇਸ ਚੀਜ਼ਾਂ ਦਾ ਏਜੰਟਾਂ ਨੇ ਬੜਾ ਨਜਾਇਜ਼ ਫਾਇਦਾ ਚੱਕਿਆ। ਪਹਿਲਾਂ ਚੱਕਿਆ, ਦੇਖੋ ਕਿੱਡੇ ਵੱਡੇ ਵੱਡੇ ਮਤਲਬ ਸਕੈਮ ਫੜੇ ਗਏ। ਹੁਣ ਏਜੰਟ ਇਹ ਸੋਚਦੇ ਆ ਵੀ ਤੇਰਾ ਵੀਕ ਪ੍ਰੋਫਾਈਲ ਹੈ, ਕੋਈ ਗੱਲ ਨਹੀਂ, ਸਾਡੇ ਖਾਤੇ 'ਚ ਪੈਸੇ ਪਾ ਦੇ। ਉਹਦੀ ਸਾਲ 1.5 ਸਾਲ ਭਕਾਈ ਕਰਾਉਂਦੇ ਆ, ਫਿਰ ਉਹ ਬਾਅਦ 'ਚ ਕਹਿੰਦੇ ਤੇਰਾ ਲੱਗਿਆ ਨਹੀਂ, ਕੱਟ ਕੇ ਉਹਨੇ ਪੈਸੇ ਵਾਪਸ ਕਰ ਦਿੰਦੇ। ਆ ਅੱਜ ਦੇ ਟਾਈਮ ਦੇ ਵਿੱਚ ਜੋ ਸਿਨੈਰੀਓ ਸੱਚਾਈ ਉਹ ਇਹ। ਮੈਂ ਬੱਚਿਆਂ ਨੂੰ ਬਾਰ-ਬਾਰ ਇਹੀ ਗੱਲ ਕਹਿਣਾ, ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਕਿ ਤੁਸੀਂ ਅਵੇਅਰਨੈਸ ਲੈ ਕੇ ਆਓ ਆਪਣੇ ਆਪ 'ਚ। ਖੈਰ ਪਹਿਲਾਂ ਨਾਲੋਂ ਤਾਂ ਬੱਚਿਆਂ 'ਚ ਬਹੁਤ ਅਵੇਅਰਨੈਸ ਆ ਗਈ ਹੈ। ਅਵੇਅਰਨੈਸ ਲੈ ਕੇ ਆਓ, ਏਜੰਟਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ। ਪਹਿਲਾਂ ਦੇਖੋ, ਪਰਖੋ ਵੀ ਏਜੰਟ ਕਿੰਨੀ ਕੁ ਗੱਲ ਸੱਚੀ ਕਰ ਰਿਹਾ, ਫਿਰ ਤੁਸੀਂ ਆਪਣੀ ਫਾਈਲ ਲਓ। ਅਲਗ ਸਾਹਿਬ, ਇੱਕ ਸਵਾਲ ਹੋ ਰਿਹਾ, ਬੱਚਿਆਂ ਦਾ ਵੀਜ਼ਾ ਏਜੰਟ ਲੈ ਦਿੰਦੇ ਨੇ, ਵੀਜ਼ਾ ਆਂਦਾ ਹੈ, ਸਭ ਕੁਝ ਡਨ ਹੋ ਜਾਂਦਾ ਹੈ, ਜਦੋਂ 에ਅਰਪੋਰਟ ਤੇ ਪਹੁੰਚ ਜਾਂਦੇ ਬਹੁਤ ਬੱਚੇ ਉਦੋਂ ਵੀ ਵਾਪਸ ਆਏ। ਦੇਖੋ ਉਹਦੇ ਵਿੱਚ ਨਾ ਮੈਂ ਸਾਰਾ ਕਸੂਰ ਏਜੰਟਾਂ ਦਾ ਨਹੀਂ ਕਹੂੰਗਾ, ਕਈ ਵਾਰੀ ਯੂਨੀਵਰਸਿਟੀਜ਼ ਵੀ ਇੱਦਾਂ ਕਰ ਦਿੰਦੇ। UK ਦੀ ਇੱਕ ਯੂਨੀਵਰਸਿਟੀ ਸੀ, ਪਿਛਲੇ ਸਾਲ ਦੀ ਗੱਲ ਕਰਦਾ, ਅੰਮ੍ਰਿਤਸਰ 에ਅਰਪੋਰਟ ਤੋਂ 60 ਬੱਚੇ ਉਹਨਾਂ ਨੇ ਵਾਪਸ ਭੇਜੇ। ਬੱਚਿਆਂ ਨੂੰ ਕਾਸ ਦਿੱਤਾ, ਯੂਨੀਵਰਸਿਟੀ ਨਹੀਂ ਦਿੱਤਾ, ਵੀਜ਼ਾ ਦਿੱਤਾ, ਐਮਬੈਸੀ ਨਹੀਂ ਦਿੱਤਾ। ਵੀਜ਼ਾ ਲੱਗਣ ਤੋਂ ਬਾਅਦ ਬੱਚਿਆਂ ਨੂੰ ਤੁਸੀਂ ਫਲਾਈਟ ਕਿਉਂ ਨਹੀਂ ਚੜ੍ਹਨ ਦੇ ਰਹੇ? ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਤੁਹਾਡਾ ਕਾਸ ਐਕਸਪਾਇਰ ਹੋ ਗਿਆ। ਕਾਸ ਐਕਸਪਾਇਰ ਹੋ ਗਿਆ ਤਾਂ ਤੁਸੀਂ ਰੀਕਾਸ ਇਸ਼ੂ ਕਰੋ, ਰੀ ਇਸ਼ੂ ਕਰੋ ਨਾ ਕਾਸ ਨੂੰ। ਤਾਂ ਯੂਨੀਵਰਸਿਟੀਆਂ ਵੀ ਇੱਥੇ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ। ਹੁਣ ਕਾਲਜਿਸ ਨੇ, ਮੌਂਟਰੀਅਲ ਦੇ ਵਿੱਚ ਕਿੰਨੇ ਬੱਚਿਆਂ ਨਾਲ ਗਲਤ ਹੋਇਆ, ਇੱਥੇ ਸਰਕਾਰਾਂ ਦੀ ਗਲਤੀ ਹੈ। ਸਾਡੀ ਸਰਕਾਰ ਟੈਕਸ ਤਾਂ ਹਰੇਕ ਚੀਜ਼ ਤੇ ਮੰਗਦੀ ਹੈ, ਠੀਕ ਹੈ। ਤੁਸੀਂ ਅਗਰ ਪੈਸਾ ਬਾਹਰ ਭੇਜਣਾ ਤਾਂ ਵੀ ਤੁਹਾਨੂੰ ਟੈਕਸ ਚਾਹੀਦਾ, ਤੁਸੀਂ ਪੈਸਾ ਬਾਹਰੋਂ ਇੱਥੇ ਮੰਗਵਾਉਣਾ ਤਾਂ ਵੀ ਟੈਕਸ ਚਾਹੀਦਾ, ਤੁਸੀਂ ਬੱਚੇ ਦਾ ਕਰੀਅਰ ਦੀ ਤੁਸੀਂ ਪੜ੍ਹਾਈ ਕਰਾਉਣੀ ਹੈ ਉਰੇ ਕਰਾਉਣੀ ਤਾਂ ਵੀ ਟੈਕਸ ਚਾਹੀਦਾ, ਉੱਥੇ ਕਰਾਉਣੀ ਤਾਂ ਵੀ। ਬਟ ਤੁਸੀਂ ਇਸ ਚੀਜ਼ ਦੇ ਵਿੱਚ ਇਨਵੋਲਵ ਕਿਉਂ ਨਹੀਂ ਹੁੰਦੇ? ਬਾਹਰਲੀ ਸਰਕਾਰ ਤੁਹਾਡੇ ਨਾਲ ਕੀ ਕਰ ਰਹੀ ਹੈ? 2009 ਦੇ ਵਿੱਚ UK ਨੇ ਬਹੁਤ ਬੁਰਾ ਕਰਿਆ। ਇੱਥੇ ਬੱਚਿਆਂ ਦੇ ਪਤਾ ਨਹੀਂ ਹਰ ਏਜੰਟ ਕੋਈ 20 ਲੱਖ, ਕੋਈ 50 ਲੱਖ, ਕੋਈ ਕਰੋੜ ਦੇ ਥੱਲੇ ਆਇਆ, ਬੱਚਿਆਂ ਦੇ ਪੈਸੇ ਮਾਰ ਕੇ। ਫਿਰ ਆਸਟ੍ਰੇਲੀਆ ਨੇ ਕਰਿਆ, ਫਿਰ ਉੱਥੇ ਕਾਲਜ ਬਲੈਕ ਲਿਸਟ ਹੋਏ, ਠੀਕ ਹੈ। ਫਿਰ ਹੁਣ UK ਪਿੱਛੇ ਜੇ ਕਰਨ ਲੱਗ ਗਿਆ। ਫਿਰ ਕੈਨੇਡਾ ਦੇ ਵਿੱਚ ਮੌਂਟਰੀਅਲ ਦੇ ਵਿੱਚ ਹੋਇਆ, ਕਾਲਜ ਬਲੈਕ ਲਿਸਟ ਹੋਏ, ਬੱਚਿਆਂ ਦੀਆਂ ਫੀਸਾਂ ਮਰ ਗਈਆਂ, ਏਜੰਟਾਂ ਦੇ ਬਾਹਰ ਧਰਨੇ ਲੱਗੇ, ਹੈ ਨਾ। ਇੱਥੇ ਤੁਸੀਂ ਕਿਹਦਾ ਕਸੂਰ ਕੱਢੋਗੇ? ਸਰਕਾਰ ਕਿਉਂ ਨਹੀਂ ਇਨਵੋਲਵ ਹੁੰਦੀ? ਸਰਕਾਰ ਉੱਥੇ ਦਾ ਇਨਵੋਲਵ ਹੋ ਜਾਂਦੀ ਹੈ ਕਿ ਏਜੰਟ ਤੇ ਕੰਪਲੇਂਟ ਹੋ ਗਈ, ਉੱਥੇ ਕਿਉਂ ਨਹੀਂ ਇਨਵੋਲਵ ਹੁੰਦੀ ਜਦੋਂ ਯੂਨੀਵਰਸਿਟੀ ਕਾਲਜ ਬਾਹਰਲੇ ਦੇਸ਼ ਦੇ ਵਿੱਚ ਬੈਠਾ ਬੱਚਿਆਂ ਨਾਲ ਗਲਤ ਕਰ ਰਿਹਾ? ਉੱਥੇ ਏਜੰਟ ਦਾ ਕੀ ਕਸੂਰ ਹੈ? ਬਸ ਇਦਾਂ ਵੀ ਹੁੰਦਾ, ਬਲੈਕ ਲਿਸਟ ਹੋਈ, ਕਾਲਜਾਂ ਦੇ ਆਫਰ ਲੈਟਰ ਤੱਕ ਆ ਜਾਂਦੇ ਨੇ, ਤਾਂ ਬੱਚੇ ਉਦੋਂ ਵੀ ਬਹੁਤ ਪਰੇਸ਼ਾਨ ਹੁੰਦੇ ਨੇ। ਹਾਂ, ਉੱਥੇ ਏਜੰਟ ਗਲਤ ਹੈ। ਏਜੰਟ ਜਦੋਂ ਬੱਚੇ ਦੀ ਫਾਈਲ ਅਪਲਾਈ ਕਰਦਾ, ਉਹ ਇਹ ਕਿਉਂ ਨਹੀਂ ਚੈੱਕ ਕਰਦਾ ਵੀ ਇਹ ਕਾਲਜ ਯੂਨੀਵਰਸਿਟੀ ਬਲੈਕ ਲਿਸਟਡ ਤਾਂ ਨਹੀਂ, ਮੈਨੂੰ ਇੱਥੇ ਲਾਉਣੀ ਚਾਹੀਦੀ ਕਿ ਨਹੀਂ ਲਾਉਣੀ ਚਾਹੀਦੀ? ਉੱਥੇ ਏਜੰਟ ਗਲਤ ਹੈ। ਅਲਗ ਸਾਹਿਬ, ਅਸੀਂ ਜਾਣਨਾ ਚਾਹਾਂਗੇ ਕਿ ਜਦੋਂ ਬੱਚਾ ਤੁਹਾਡੇ ਕੋਲ ਆਇਆ, ਆਪਣੀ ਫਾਈਲ ਲੈ ਕੇ ਆਇਆ, ਤੁਸੀਂ ਚਾਹੁੰਦੇ ਹੋ ਕਿ ਬੱਚਾ ਕਿੰਨਾ ਕੁ ਜ਼ਰੂਰੀ ਹੁੰਦਾ ਹੈ ਕਿ ਇਹ ਜ਼ਿੰਮੇਵਾਰੀ ਨਹੀਂ ਸਿਰਫ ਭੇਜਦਾ ਓਕੇ ਹੈ ਬਸ, ਅੱਗੇ ਦੀ ਜ਼ਿੰਮੇਵਾਰੀ ਵੀ ਤੁਹਾਡੀ ਤੁਸੀਂ ਲੈਂਦੇ ਹੋ ਕਿ ਜਿੱਦਾਂ ਉੱਥੇ ਬੱਚਾ ਪਹੁੰਚ ਗਿਆ ਤਾਂ ਵਰਕ ਪਰਮਿਟ ਲੈਣਾ, ਜਾਂ ਜਿਹੜੀ ਯੂਨੀਵਰਸਿਟੀ ਕਾਲਜ ਉਹ ਪੜ੍ਹ ਰਿਹਾ ਹੈਗਾ ਆ, ਤਾਂ ਉਸ ਤੋਂ ਬਾਅਦ ਉਹ ਮਾਨਤਾ ਪ੍ਰਾਪਤ ਹੋਏਗੀ ਬੱਚੇ ਦੇ ਲਈ, ਉਹਨੂੰ ਵੀਜ਼ਾ ਅੱਗੇ ਵਰਕ ਪਰਮਿਟ ਲੈਣ 'ਚ ਸੌਖਾ ਹੋਏਗਾ? ਮੈਂ ਤੁਹਾਡੀ ਗੱਲ ਦਾ ਇੱਕੋ ਹੀ ਜਵਾਬ ਦੇ ਦਿੰਦਾ। ਮੈਂ ਖੁਦ ਰਾਤ ਨੂੰ ਕਈ ਵਾਰੀ ਸਾਰੀ ਰਾਤ ਜਾਗ ਕੇ ਬੱਚਿਆਂ ਦੀ ਪ੍ਰੋਬਲਮ ਸੋਲਵ ਕਰਵਾਉਣਾ। ਮੇਰੇ ਸਟਾਫ ਨੇ ਤਾਂ ਚਲੋ ਜਿਹੜੇ ਮੇਨ ਮੁੱਖ ਹੈਗੇ ਨੇ ਉਹ ਤਾਂ ਕਰਦੇ ਨੇ, ਅਸੀਂ ਪੂਰੀ ਪੇਨ ਲੈਂਦੇ ਹਾਂ।
ਔਨ ਸ਼ੋਰ ਪ੍ਰੋਬਲਮਸ ਵੀ ਉਹਨਾਂ ਦੀਆਂ ਸੋਲਵ ਕਰਦੇ ਹਾਂ। ਅਗਰ ਬੱਚੇ ਨੂੰ ਉੱਥੇ ਜਾ ਕੇ ਵੀ ਕੋਈ ਪ੍ਰੋਬਲਮ ਆਉਂਦੀ ਹੈ, ਈਵਨ ਕਿ 에ਅਰਪੋਰਟ ਤੇ ਕੋਈ ਪ੍ਰੋਬਲਮ ਆਉਂਦੀ ਹੈ, ਤਾਂ ਅਸੀਂ ਉਹ ਕਲੀਅਰ ਕਰਵਾਉਂਦੇ ਹਾਂ। ਬਹੁਤ ਵਾਰੀ ਹੁੰਦਾ ਸਾਡਾ ਪਰਿਵਾਰ ਸਾਰਾ ਸੁੱਤਾ ਪਿਆ ਹੁੰਦਾ, ਬਟ ਅਸੀਂ ਇਕੱਲੇ ਕੋਠੇ ਤੇ ਫੋਨ ਤੇ ਗੱਲਾਂ ਕਰ ਰਹੇ ਹੁੰਦੇ, ਬੱਚੇ ਨੂੰ ਉਹਦੀ ਜੋ ਵੀ ਉਹਨੂੰ ਡਾਕੂਮੈਂਟ ਚਾਹੀਦਾ ਹੈ ਉਹ ਪ੍ਰੋਵਾਈਡ ਕਰਵਾਉਣਾ, ਜਾਂ ਉੱਥੇ ਕਾਲਜ ਯੂਨੀਵਰਸਿਟੀ ਨਾਲ ਕੋਈ ਰਾਬਤਾ ਕਰਨਾ, ਤਾਂ ਕਰਨਾ ਪੈਂਦਾ। ਉਹ ਸਾਡੀ ਲਾਈਨ ਹੈ, ਸਾਡਾ ਫਰਜ਼ ਬਣਦਾ। ਉਹ ਸਿਰਫ ਇੱਥੇ ਗੱਲ ਨਹੀਂ ਖਤਮ ਹੁੰਦੀ ਕਿ ਵੀਜ਼ਾ ਲਵਾ ਲਿਆ ਤੇ ਕਾਲਜ ਤੋਂ ਕਮਿਸ਼ਨ ਲੈ ਲਿਆ, ਓਕੇ ਹੈ। ਬਿਲਕੁਲ ਸਾਡੇ ਪੂਰੇ ਇਹ ਜ਼ਿੰਮੇਵਾਰੀਆਂ ਨੇ ਜੀ। ਬਿਲਕੁਲ ਇੱਕ ਹੋਰ ਚਿੰਤਾ ਦਾ ਵਿਸ਼ਾ ਇਸ ਵੇਲੇ ਜੋ ਬਣਦਾ ਪਿਆ ਹੈ, ਚਿੰਤਾ ਦਾ ਵਿਸ਼ਾ ਹੈ ਕਿ ਜਦੋਂ ਕਈ ਵਾਰ ਮੁੰਡੇ ਆਇਲਸ ਕੰਪਲੀਟ ਨਹੀਂ ਕਰ ਪਾਉਂਦੇ ਤਾਂ ਕੁੜੀ ਲੱਭ ਲੈਂਦੇ ਆ, ਵਿਆਹ ਹੋ ਜਾਂਦਾ ਹੈ ਤਾਂ ਕੁੜੀ ਜਦੋਂ ਉੱਥੇ ਜਾਂਦੀ ਹੈ ਤਾਂ ਮੁੱਕਰ ਜਾਂਦੀ ਹੈ। ਤਾਂ ਇਹ ਕੋਈ ਏਜੰਟ ਜਾਂ ਕੋਈ ਸਾਡਾ ਇੱਦਾਂ ਦਾ ਲਾਅ ਹੈਗਾ ਆ ਕਿ ਜਾਂ ਕੋਈ ਏਜੰਟ ਇਹ ਕਰੇ ਕਿ ਜਦੋਂ ਅਸੀਂ ਕੁੜੀ ਨੂੰ ਬਾਹਰ ਭੇਜਣਾ, ਇੱਕ ਦੋਨਾਂ ਫੈਮਲੀ ਨਾਲ ਕਮਿਟਮੈਂਟ ਹੋ ਚੁੱਕਾ ਹੈ, ਤਾਂ ਜਦੋਂ ਤੁਸੀਂ ਉੱਥੇ ਭੇਜ ਰਹੇ ਹੋ ਜਾ ਕੇ ਕੁੜੀ ਮੁੱਕਰੀ ਨਾ, ਕੋਈ ਇੱਦਾਂ ਦਾ ਤੁਹਾਨੂੰ ਨਾਲ ਲਾਉਣਾ ਪਵੇ ਕਾਗਜ਼ ਕਿ ਹਾਂ ਮੁੰਡੇ ਨੂੰ ਬੁਲਾਵੇ ਹੀ ਬੁਲਾਵੇ? ਨਹੀਂ, ਇੱਦਾਂ ਕੁਝ ਨਹੀਂ ਹੋ ਸਕਦਾ। ਦੇਖੋ ਆਪਣੇ ਪਿੱਛੇ ਜੇ ਇੰਨਾ ਰੌਲਾ ਪਿਆ ਸੀ, ਉਹ ਕੈਨੇਡਾ ਦੇ ਵਿੱਚ ਕੇਸ ਹੋਇਆ ਸੀ, ਮੁੰਡਾ ਇੱਥੇ ਸੁਸਾਈਡ ਕਰ ਗਿਆ, ਉਹਦੇ ਬਾਵਜੂਦ ਵੀ ਕਿਸੇ ਗਵਰਨਮੈਂਟ ਨੇ ਕੁਝ ਨਹੀਂ ਕੀਤਾ। ਚਾਹੇ ਠੀਕ ਹੈ ਇੱਥੋਂ ਦੇ ਕੁਝ ਸੋਸ਼ਲ ਵਰਕਰ ਸੀਗੇ ਜਿਨ੍ਹਾਂ ਨੇ, ਜਾਂ ਉੱਥੇ ਦੇ ਵੀ ਕੁਝ ਸੋਸ਼ਲ ਵਰਕਰ ਸੀਗੇ ਜਿਨ੍ਹਾਂ ਨੇ ਐਫਰਟ ਕਰੇ ਤੇ ਉਹਨਾਂ ਨੂੰ ਠੀਕ ਹੈ ਲੈਟਰਾਂ ਦਾ ਰਿਵਰਟ ਵੀ ਆਇਆ, ਬਟ ਅੱਜ ਤੱਕ ਰਿਜ਼ਲਟ ਤਾਂ ਉਹਦਾ ਕੁਝ ਨਹੀਂ ਹੈ, ਜ਼ੀਰੋ ਹੈ। ਤੇ ਜੇ ਸਰਕਾਰਾਂ ਇਸ ਚੀਜ਼ ਤੇ ਚਾਹਣ ਤਾਂ ਕੰਮ ਹੋ ਸਕਦਾ। ਪਹਿਲੀ ਗੱਲ ਤਾਂ ਜੋ ਲੋਕ ਹੈ ਉਹ ਬਾਹਰ ਜਾਣ ਪਿੱਛੇ ਇੰਨੇ ਮਤਲਬ ਉਤਾਵਲੇ ਹੋ ਜਾਂਦੇ ਆ, ਉਹ ਕਹਿੰਦੇ ਜੀ ਪੇਪਰ ਮੈਰੀ ਕਰਾ ਦਿਓ। ਕਿਉਂ ਕਰਦੇ ਹੋ ਪੇਪਰ ਮੈਰੀ? ਬਈ ਗਲਤ ਹੈ। ਪੇਪਰ ਮੈਰੀ ਦੇ ਵਿੱਚ ਫਰਾਡ ਦੇ ਚਾਂਸਿਸ ਜ਼ਿਆਦਾ ਹੈ। ਕੋਈ ਵੀ ਕਰ ਸਕਦਾ, ਮੁੰਡਾ ਵੀ ਕਰ ਸਕਦਾ, ਕੁੜੀ ਵੀ ਕਰ ਸਕਦੀ ਹੈ। ਰੀਅਲ ਮੈਰਿਜ ਦੇ ਵਿੱਚ ਜਦੋਂ ਕੋਈ ਇਦਾਂ ਦਾ ਕੇਸ ਹੁੰਦਾ ਹੈ ਤਾਂ ਉਹਦੇ ਵਿੱਚ ਮੇਰੇ ਹਿਸਾਬ ਨਾਲ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ, ਏਜੰਟ ਕੁਝ ਨਹੀਂ ਕਰ ਸਕਦਾ। ਹੁਣ ਇਹ ਤਾਂ ਦੋਨਾਂ ਪਰਿਵਾਰਾਂ ਨੇ ਲਾਅ ਬਣਾਉਣਾ, ਜਿਹੜਾ ਬਣਾਉਣਾ ਜੀ। ਬਿਲਕੁਲ ਪ੍ਰੋਵਾਈਡਰ ਦੇ ਕੋਲ ਜੇ ਬੱਚੇ ਆਉਣ ਤਾਂ ਕਿਉਂ ਆਉਣ, ਤੁਸੀਂ ਕੀ ਭਰੋਸਾ ਦੇ ਰਹੇ ਹੋ ਔਰ ਕਿੰਨੇ 'ਚ ਬੱਚੇ ਨੂੰ ਤੁਸੀਂ ਭੇਜ ਰਹੇ ਹੈਗੇ ਹੋ? ਦੇਖੋ ਪ੍ਰੋਵਾਈਡਰ ਦੇ ਵਿੱਚ ਸਾਡਾ ਤਜਰਬਾ, ਸਾਡੇ ਤਜਰਬੇ ਦੇ ਹਿਸਾਬ ਨਾਲ ਅਸੀਂ ਕਹਿੰਦੇ ਕਿ ਅਸੀਂ ਆਪਣੇ ਵੱਲੋਂ ਪੂਰੇ ਐਫਰਟਸ ਕਰਦੇ ਹਾਂ। ਜੇ ਕਦੀ ਕੋਈ ਕਿਸੇ ਫਾਈਲ ਦੇ ਵਿੱਚ ਥੋੜੀ ਬਹੁਤੀ ਕਮੀ ਪੇਸ਼ੀ ਰਹਿ ਜਾਂਦੀ ਹੈ, ਪਰ ਉਹਨੂੰ ਅਸੀਂ ਵਿੱਚੋਂ ਛੱਡਦੇ ਨਹੀਂ, ਡ੍ਰੌਪ ਨਹੀਂ ਕਰਦੇ, ਉਹਨੂੰ ਪੂਰਾ ਕਵਰ ਕਰਦੇ ਹਾਂ। ਚਾਹੇ ਹੋ ਸਕਦਾ ਉਹਨੂੰ ਥੋੜਾ ਟਾਈਮ ਜ਼ਿਆਦਾ ਲੱਗ ਜਾਏ। ਦੂਸਰੀ ਗੱਲ, ਪ੍ਰੋਵਾਈਡਰਸ ਦੇ ਵਿੱਚ ਦੂਸਰੇ ਵਾਂਗੂ ਮੂੰਹ ਬਹੁਤ ਵੱਡੇ ਨਹੀਂ ਹੈਗੇ, ਬਹੁਤ ਛੋਟੇ ਛੋਟੇ ਮੂੰਹ ਹੈ, ਤੇ ਅਸੀਂ ਸਹਿੰਦਾ ਆਪਣੀ ਕੰਸਲਟੈਂਸੀ ਨਾਲ ਗੁਜ਼ਾਰਾ ਕਰ ਲੈਂਦੇ ਹਾਂ। ਔਰ ਜਿਹੜੇ ਰਹੀ ਗੱਲ ਪੈਕੇਜਸ ਦੀ, ਪੈਕੇਜਸ ਵੀ ਸਾਡੇ ਹੋਰਾਂ ਨਾਲੋਂ ਬਹੁਤ ਘੱਟ ਰੇਟ ਤੇ। ਯੂਰਪੀਅਨ ਕੰਟਰੀ ਹੈ, ਚਾਹੇ ਕੈਨੇਡਾ ਹੈ, ਆਸਟ੍ਰੇਲੀਆ ਹੈ, UK ਹੈ, USA ਹੈ, ਬੜੇ ਨੋਮੀਨਲ ਕਾਸਟ ਦੇ ਉੱਤੇ ਸਾਡੇ ਪੈਕੇਜਸ ਨੇ। ਔਰ ਸਭ ਤੋਂ ਜਿਹੜੀ ਮੇਨ ਗੱਲ ਹੈ, ਚਾਹੇ ਉਹ ਸਾਡੇ ਕੋਲ ਸਟੈਪ ਬਾਈ ਸਟੈਪ ਕਿਸੇ ਨੇ ਫਾਈਲ ਲਾਈ ਹੈ ਤੇ ਚਾਹੇ ਉਹ ਪੈਕੇਜ ਦੇ ਵਿੱਚ ਲਾਈ ਹੈ, ਸਾਡੀ ਟਰਾਂਸਪੇਰੈਂਸੀ ਇਕੁਅਲ ਹੈ। ਇਹ ਨਹੀਂ ਹੈ ਕਿ ਇਹ ਪੈਕੇਜ ਹੈ ਅਸੀਂ ਇਹਨੂੰ ਕੁਝ ਦੱਸਣਾ ਨਹੀਂ, ਇੱਦਾਂ ਬਿਲਕੁਲ ਨਹੀਂ ਹੈ। ਅਸੀਂ ਆਪਣੇ ਆਪ ਨੂੰ ਪੂਰਾ ਟਰਾਂਸਪੇਰੈਂਟ ਕਰਕੇ ਚੱਲਦੇ ਹਾਂ। ਸਾਡੀ ਕੰਪਨੀ ਦੀ ਇਹੀ ਖਾਸੀਅਤ ਹੈ। ਇਸੇ ਵਾਸਤੇ ਕਹਿਣਾ ਹੈ ਕਿ ਸਾਡੇ ਕੋਲ ਜ਼ਰੂਰ ਇੱਕ ਵਾਰੀ ਸਾਡੇ ਆਫਿਸ ਆਓ। 12 ਅਪ੍ਰੈਲ ਨੂੰ ਬਰਨਾਲੇ ਸੈਮੀਨਾਰ ਹੈ, ਬਰਨਾਲੇ ਆਫਿਸ ਦੀ ਓਪਨਿੰਗ ਹੈ, ਤੇ ਉੱਥੇ ਜ਼ਰੂਰ ਪਹੁੰਚੋ। ਬੱਚਿਆਂ ਨੂੰ ਮੈਂ ਇਹੀ ਗੱਲ ਰਿਕੁਐਸਟ ਕਰੂੰਗਾ ਕਿ ਆਓ ਇੱਕ ਵਾਰੀ ਦੇਖੋ। ਕਾਲਜਿਸ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਆਏ ਹੋਣਗੇ, ਉਹਨਾਂ ਨਾਲ ਗੱਲ ਕਰੋ, ਤੁਸੀਂ ਉਹਨਾਂ ਤੋਂ ਆਪਣੇ ਸਵਾਲ ਜਵਾਬ ਪੁੱਛੋ। ਔਰ ਜਿੱਦਾਂ ਕਿ ਮੈਂ ਪਹਿਲਾਂ ਕਿਹਾ, ਉੱਥੇ ਜੋ ਪੈਕੇਜਸ ਦੇ ਵਿੱਚ ਇਨਰੋਲ ਹੋਣਗੇ ਉਹਨਾਂ ਤੋਂ ਕੋਈ ਪੈਸਾ ਨਹੀਂ ਲਵਾਂਗੇ, ਅੰਬੈਸੀ ਫੀਸ ਵੀ ਨਹੀਂ ਲਵਾਂਗੇ। ਕੈਨੇਡਾ ਹੈ, USA ਹੈ, UK ਹੈ, ਆਸਟ੍ਰੇਲੀਆ ਹੈ, ਸਿੰਗਾਪੁਰ ਹੈ, ਮਾਲਟਾ, ਇਹਨਾਂ ਕੰਟਰੀਜ਼ ਨੂੰ ਉੱਥੇ ਅਸੀਂ ਉਸ ਦਿਨ ਪ੍ਰਮੋਟ ਕਰਾਂਗੇ। ਬ੍ਰਾਂਡਡ ਕੱਪੜਿਆਂ 'ਚ ਸਾਨੂੰ ਆਫ ਵੀ ਮਿਲਦਾ ਹੈ ਔਰ ਸਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਇੱਥੇ ਇੰਨੀ ਸੇਲ ਲੱਗੀ ਹੋਈ ਹੈ, ਤਾਂ ਏਜੰਟ ਵੀ ਬੜੇ ਲਾਲਚ ਦਿੰਦੇ ਨੇ। ਇਹ ਤੁਹਾਡੇ ਵੱਲੋਂ ਵੀ ਕੋਈ ਲਾਲਚ ਦਿੱਤਾ ਜਾਂਦਾ ਜਾਂ ਕੋਈ ਆਫਰ ਹੈਗਾ? ਸਾਡੇ ਵੱਲੋਂ ਹੈਗਾ ਜੀ। ਜਿਹੜੇ ਬੱਚੇ ਉਸ ਦਿਨ ਇਨਰੋਲ ਹੋਣਗੇ ਔਰ ਜਿਸ ਦਿਨ ਉਹਨਾਂ ਦਾ ਰਿਜ਼ਲਟ ਆਊਗਾ, ਮਤਲਬ ਉਹਨਾਂ ਦਾ ਵੀਜ਼ਾ ਆਊਗਾ, ਉਸ ਵੀਜ਼ੇ ਦੇ ਨਾਲ ਅਸੀਂ ਉਹਨਾਂ ਨੂੰ ਲੈਪਟਾਪ ਫ੍ਰੀ ਦੇਵਾਂਗੇ। ਕੀ ਬਾਤ ਹੈ। ਇਹ ਸਾਡੇ ਵੱਲੋਂ ਲਾਲਚ ਹੈ, ਇਹ ਆਫ ਹੈ ਸਾਡੇ ਬ੍ਰਾਂਡ ਦਾ। ਅੱਛਾ, ਉਸ ਦੇ ਸਿਰਫ ਪਾਰਟਿਕੂਲਰ ਉਸ ਦੇਣ ਵਾਸਤੇ। ਅੱਛਾ, ਬੱਚੇ ਕਹਿਣਗੇ ਨਾਲੇ ਅਸੀਂ ਵੀਜ਼ਾ ਲੈ ਲਈ, ਨਾਲੇ ਅਸੀਂ ਲੈਪਟਾਪ ਲੈ ਲਿਆ, ਸੋ ਕਿ ਪੜ੍ਹ ਲਾਂਗੇ ਜਾ ਕੇ। ਬਿਲਕੁਲ ਬਿਲਕੁਲ, ਜੋ ਬੱਚਿਆਂ ਦੇ ਅੱਗੇ ਜਾ ਕੇ ਕੰਮ ਆਊਗਾ ਇਹ ਚੀਜ਼। ਬਿਲਕੁਲ। ਤਾਂ ਬੱਚੇ ਤੁਹਾਡੇ ਕੋਲ ਆਉਣਗੇ ਤਾਂ ਜਦੋਂ ਤੁਸੀਂ ਬਹੁਤ ਸਾਰੀਆਂ ਫਾਈਲਾਂ ਆਈਆਂ ਹੋਣਗੀਆਂ ਤਾਂ ਬੱਚਿਆਂ ਦੇ ਕੋਲ ਜਦੋਂ ਵੀਜ਼ਾ ਕਿੰਨੇ ਕੁ ਦਿਨਾਂ ਦੇ ਵਿੱਚ ਤੁਹਾਡੇ ਕੋਲ ਆ ਜਾਂਦਾ? ਕਈਆਂ ਦਾ ਮਹੀਨੇ ਬਾਅਦ ਵਿੱਚ ਆਉਂਦਾ, 45 ਦਿਨਾਂ ਦਾ ਵੀ ਹੁੰਦਾ ਆ ਪ੍ਰੋਸੀਜਰ। ਤਾਂ ਇੱਕ ਵੀਜ਼ਾ ਤੁਹਾਡੇ ਕੋਲ ਕਿੰਨੇ ਦਿਨਾਂ ਦੇ ਵਿੱਚ ਆਇਆ ਹੋਇਆ? ਦੇਖੋ, ਜੇ ਮੈਂ ਇੱਦਾਂ ਆਸਟ੍ਰੇਲੀਆ ਦੀ ਗੱਲ ਕਰਾਂ,
ਮੇਰੇ ਕੋਲੇ ਆਸਟ੍ਰੇਲੀਆ ਦੇ ਵਿੱਚ ਇੱਕ ਦਿਨ ਦੇ ਵਿੱਚ ਵੀ ਵੀਜ਼ਾ ਆਇਆ, ਔਰ ਅੱਜ ਆਸਟ੍ਰੇਲੀਆ ਦੇ ਵਿੱਚ 3-3 ਮਹੀਨੇ ਹੋ ਗਏ ਫਾਈਲਾਂ ਲੱਗੀਆਂ, ਹਜੇ ਤੱਕ ਰਿਜ਼ਲਟ ਨਹੀਂ ਆਇਆ, ਨਾ ਰਿਫਿਊਜ਼ਲ ਨਾ ਵੀਜ਼ਾ। ਇਹ ਸਰਕਾਰਾਂ ਦੇ ਉੱਤੇ ਸਾਰਾ ਕੁਝ ਡਿਪੈਂਡ ਕਰਦਾ। ਪ੍ਰੋਫਾਈਲ ਠੀਕ ਹੈ, ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਫਾਈਲ ਨੂੰ ਵਧੀਆ ਕਰਕੇ ਲਾਈਏ, ਤੇ ਜੋ ਹੁਣ ਨਤੀਜੇ ਆ ਉਹ ਸਰਕਾਰਾਂ ਨੇ ਦੇਣੇ, ਰਿਜ਼ਲਟਸ ਤਾਂ ਉਹਨਾਂ ਨੇ ਦੇਣੇ ਆ। ਸਪਾਊਸ ਵੀਜ਼ਾ, ਹਾਂ ਸ਼ੋਰ, ਸਪਾਊਸ ਵੀਜ਼ਾ ਆਸਟ੍ਰੇਲੀਆ ਦਾ, ਯੂਕੇ ਦਾ ਅਸੀਂ ਡੀਲ ਕਰਦੇ ਹਾਂ, ਬਹੁਤ ਵਧੀਆ ਤਰੀਕੇ ਨਾਲ ਡੀਲ, ਔਰ ਕਾਫੀ ਬੱਚੇ ਮਤਲਬ ਜਾ ਚੁੱਕੇ ਹਸਬੈਂਡ ਵਾਈਫ ਦੋਨੋਂ ਜਾ ਚੁੱਕੇ ਨੇ। ਬਿਲਕੁਲ ਜੀ। ਸੋ ਤੁਸੀਂ ਹੁਣ ਇਹ ਕਹਿੰਦੇ ਹੋ ਕਿ ਤੁਹਾਡੇ ਕੋਲ ਆਣਗੇ, ਤੁਹਾਡਾ ਸੈਮੀਨਾਰ ਜਿਹੜਾ 12 ਤਰੀਕ ਨੂੰ ਹੋ ਰਿਹਾ ਹੈ, ਉਹਦੇ 'ਚ ਤੁਸੀਂ ਲੈਪਟਾਪ ਵੀ ਦੋਗੇ ਔਰ ਨਾਲ ਤੁਸੀਂ ਇਹ ਭਰੋਸਾ ਦਿੰਦੇ ਹੋ ਕਿ ਅਸੀਂ ਵੀਜ਼ਾ ਵੀ ਲੈ ਕੇ ਦੇਵਾਂਗੇ। ਤੁਹਾਡੇ ਵੱਲੋਂ ਗਰੰਟੀ ਹੈ ਕਿ ਕੋਈ ਉਦਾਸ ਨਹੀਂ ਮੁੜੇਗਾ ਪ੍ਰੋਵਾਈਡਰ ਨਹੀਂ, ਉਦਾਸ ਨਹੀਂ ਮੁੜੇਗਾ। ਵੀਜ਼ੇ ਦੀ ਗਰੰਟੀ ਨਹੀਂ ਹੈ, ਗਰੰਟੀ ਸਾਡੀ ਹੈ ਸਾਡੀ ਓਨੈਸਟੀ ਦੀ, ਸਾਡੀ ਮਿਹਨਤ ਦੀ, ਸਾਡੀ ਫਾਈਲ ਪ੍ਰੈਪਰੇਸ਼ਨ ਦੀ। ਵੀਜ਼ਾ ਤਾਂ ਦੇਖੋ ਸਰਕਾਰ ਨਹੀਂ ਦੇਣਾ, ਉਹਦੇ ਵਾਸਤੇ ਤੇ ਐਫਰਟ ਅਸੀਂ ਗਰੰਟੀ ਦਿੰਦੇ ਹਾਂ ਕਿ ਅਸੀਂ ਆਪਣੇ ਐਫਰਟ ਪੂਰੇ ਲਾਵਾਂਗੇ ਜੀ। 100% ਵੀਜ਼ਾ ਤਾਂ ਕਦੀ ਕਿਸੇ 7.5 ਬੈਂਡ ਵਾਲੇ ਦੇ ਵੀ ਨਹੀਂ ਹੋਏ। ਤੁਹਾਡਾ ਸੋਸ਼ਲ ਮੀਡੀਆ ਤੇ ਪੇਜ ਹੈਗਾ ਆ, ਔਰ ਤੁਸੀਂ ਸਾਰੇ ਪਲੇਟਫਾਰਮ ਤੇ ਹੈਗਾ ਜੀ, ਸਾਰੇ ਪੇਜ ਹੈ। ਜਦੋਂ ਪੇਜ ਤੇ ਤੁਸੀਂ ਮੰਨਦੇ ਹੋ ਕਿ ਵੀਜ਼ਾ ਆ ਗਿਆ, ਫਲਾਣੇ ਦਾ ਦੇਖੋ ਵੀਜ਼ਾ ਆਇਆ, ਕਦੇ ਇਹ ਵੀ ਪਾਇਆ ਕਿ ਫਲਾਣੇ ਦੀ ਰਿਫਿਊਜ਼ਲ ਵੀ ਆਈ ਹੈ? ਨਹੀਂ, ਕਦੀ ਨਹੀਂ ਪਾਇਆ। ਕਿਉਂ ਨਹੀਂ ਪਾਉਂਦੇ ਏਜੰਟ ਕਿ ਹਾਂ ਇਹ ਜਾਨਣਾ ਚਾਹੀਦਾ ਕਿ ਹਾਂਜੀ ਸਾਡੇ ਇੰਨੀਆਂ ਰਿਫਿਊਜ਼ਲਾਂ ਵੀ ਆਈਆਂ, ਇੰਨੇ ਸਾਡੇ ਵੀਜ਼ੇ ਵੀ ਆਏ ਹੈਗੇ? ਠੀਕ ਹੈ, ਤੁਹਾਡਾ ਸਵਾਲ ਅੱਛਾ ਹੈ। ਹੁੰਦਾ ਇਹ ਹੈ ਕਿ ਜਿਸ ਬੱਚਿਆਂ ਦੇ ਵੀਜ਼ੇ ਆਉਂਦੇ ਆ ਨਾ, ਉਹ ਵੀ ਸਾਰੇ ਨਹੀਂ ਅਲਾਉ ਕਰਦੇ ਕਿ ਸਾਡਾ ਪੇਜ ਤੇ ਪਾਓ। ਜ਼ਿਆਦਾਤਰ ਬੱਚਿਆਂ ਦੀ ਕੀ ਗੱਲ ਹੁੰਦੀ ਹੈ ਵੀ ਅਸੀਂ ਕਿਸੇ ਨੂੰ ਦੱਸਣਾ ਨਹੀਂ ਸਾਡੇ ਬੱਚੇ ਦਾ ਵੀਜ਼ਾ ਆ ਗਿਆ, ਇਸ ਕਰਕੇ ਅਸੀਂ ਦੂਸਰੇ ਏਜੰਟਾਂ ਵਾਂਗੂ ਬਿਨਾਂ ਦੱਸੇ ਨਹੀਂ ਪੇਜ ਤੇ ਪਾਉਂਦੇ। ਅਸੀਂ ਉਹਨਾਂ ਤੋਂ ਕੰਸੈਂਟ ਲੈਂਦੇ ਹਾਂ, ਪਹਿਲਾਂ ਰਿਟਨ, ਅਸੀਂ ਰਿਟਨ ਲੈਟਰ ਤੇ ਰਿਵਿਊ ਲੈਂਦੇ ਹਾਂ ਵੀ ਅਸੀਂ ਪਾ ਦਈਏ, ਤੂੰ ਸੈਟੀਸਫਾਈਡ ਆ ਸਾਡੀ ਸਰਵਿਸ ਤੋਂ? ਉਹ ਕਹਿੰਦਾ ਹਾਂਜੀ ਸਰ, ਮੈਂ ਰਿਟਨ ਤਾਂ ਦੇ ਦਿੰਦਾ ਬਟ ਮੈਂ ਫੋਟੋ ਨਹੀਂ ਕਰਾਉਣੀ, ਮੇਰਾ ਵੀਜ਼ਾ ਨਾ ਪਾਇਓ ਜੀ, ਜੇ ਮੇਰਾ ਵੀਜ਼ਾ ਪਾਉਣਾ ਮੇਰਾ ਨਾਮ ਕੱਟ ਦਿਓ। ਤੇ ਜਿੱਥੇ ਬੱਚੇ ਇਹ ਕਹਿੰਦੇ ਆ ਤਾਂ ਸਾਡੀ ਆਪਦੀ ਰਿਫਿਊਜ਼ਲ ਕਿਉਂ ਪਾਣ ਦੇਣਗੇ ਸਾਨੂੰ? ਇਸ ਕਰਕੇ ਵੀਜ਼ੇ ਵਾਲੇ ਵੀ ਨਹੀਂ ਸਾਰੇ ਅਲਾਉ ਕਰਦੇ ਸਾਨੂੰ। ਜਿੰਨੇ ਸਾਡੇ ਵੀਜ਼ੇ ਆਉਂਦੇ ਆ ਨਹੀਂ ਪਾ ਸਕਦੇ, ਏਜੰਟਸ ਦੇ, ਏਜੰਟਸ ਕਹਿੰਦਾ ਤੁਸੀਂ ਨਹੀਂ ਪਾਣਾ ਜੀ, ਮੈਂ ਆਪਦੇ ਪੇਜ ਤੇ ਪਾਉਂਗਾ, ਹੈ ਨਾ। ਤੇ ਜਿਹੜਾ ਸਟੂਡੈਂਟ ਹੈ, ਸਟੂਡੈਂਟ ਸਾਰੇ ਉਹ ਕਹਿੰਦੇ ਜੀ ਜਦੋਂ ਅਸੀਂ ਪਹੁੰਚ ਗਏ ਜੀ ਫਿਰ ਪਾ ਦਿਓ, ਤੇ ਪਹੁੰਚਣ ਤੋਂ ਬਾਅਦ ਫਿਰ ਸਾਨੂੰ ਨਕਲ ਕਾਪੀ ਨਹੀਂ ਦਿੰਦੇ ਉਹਦੀ। ਉਹ ਕਹਿੰਦੇ ਜੀ ਠੀਕ ਹੈ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ, ਵੀ ਮੈਂ ਤਾਂ ਖੁਸ਼ ਹਾਂ ਜੀ, ਹੈ ਨਾ, ਇੰਨਾ ਹੀ ਬਹੁਤ ਹੈ। ਡੱਬਾ ਦੇ ਜਾਂਦੇ ਨੇ ਬਸ, ਜਾਣ ਲੱਗੇ ਬਹੁਤ ਸਾਡੇ ਲਈ। ਜੀ ਬਿਲਕੁਲ ਜੀ। ਸੋ ਹੁਣ ਤੱਕ ਇਮਾਨਦਾਰੀ ਨਾਲ ਚੱਲਦੇ ਆਏ ਹੋ, ਤਾਂ ਅਸੀਂ ਵੀ ਚਾਹਾਂਗੇ ਕਿ ਪ੍ਰੋਵਾਈਡਰ ਓਵਰਸੀਜ਼ ਹਮੇਸ਼ਾ ਇਮਾਨਦਾਰੀ ਦੇ ਨਾਲ ਹੀ ਚੱਲੇ, ਕਿਉਂਕਿ ਮਾਪੇ ਬਹੁਤ ਸਾਰੇ ਚਾਅ ਸੁਪਨੇ ਲੈ ਕੇ, ਕਿਉਂਕਿ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ। ਸੋ ਜੇਕਰ ਬੱਚਿਆਂ ਦੇ ਸੁਪਨੇ ਮਰ ਜਾਂਦੇ ਆ ਤਾਂ ਮਾਪੇ ਵੀ ਢਹਿ ਢੇਰੀ ਹੋ ਜਾਂਦੇ ਕਿ ਅਸੀਂ ਆਪਣੇ ਪੋਤੇ ਜਾਂ ਧੀ ਨੂੰ ਕਰਜ਼ਾ ਚੱਕ ਕੇ ਭੇਜਣਾ ਆ, ਤਾਂ ਸਾਨੂੰ ਏਜੰਟ ਚੰਗਾ ਮਿਲੇ। ਤਾਂ ਅਸੀਂ ਵੀ ਅਪੀਲ ਕਰਦੇ ਹਾਂ ਪ੍ਰੋ ਪੰਜਾਬ ਦੇ ਰਾਹੀਂ ਕਿ ਕੋਈ ਵੀ ਏਜੰਟ ਕਿਸੇ ਨਾਲ ਧੋਖੇਬਾਜ਼ੀ ਜਾਂ ਠੱਗੀ ਨਾ ਕਰੇ। ਜੇਕਰ ਸਾਡੇ ਚੈਨਲਾਂ ਤੇ ਆ ਕੇ ਤੁਸੀਂ ਇੰਟਰਵਿਊਜ਼ ਵੀ ਦਿੰਦੇ ਹੋ ਤਾਂ ਇੱਥੋਂ ਜ਼ਮੀਰ ਤੋਂ ਦਿਆ ਕਰੋ ਕਿ ਸ਼ਾਇਦ ਇਹ ਕਿਤੇ ਨਾ ਕਿਤੇ ਪੈਸਾ ਤੁਹਾਨੂੰ ਵੀ ਨੁਕਸਾਨ ਪਹੁੰਚਾਏਗਾ। ਕਹਿੰਦੇ ਠੱਗੀ ਦਾ ਮਾਰਿਆ ਹੋਇਆ ਕੰਮ ਨਹੀਂ ਆਉਂਦਾ, ਕੰਮ ਨਹੀਂ ਆਉਂਦਾ, ਬਿਲਕੁਲ, ਔਰ ਤੁਹਾਡੇ ਨਾਲ ਦੇ ਪੈਸੇ ਵੀ ਲੈ ਜਾਂਦਾ। ਸੋ ਬਿਲਕੁਲ ਜੀ, ਸੋ ਸ਼ੁਕਰੀਆ। ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੱਚਿਆਂ ਨੂੰ ਭੇਜੋ, ਔਰ ਵੈਸੇ ਇੱਥੇ ਤਾਂ ਕੁਝ ਮਿਲਣ ਹਾਲੇ ਭਗਵੰਤ ਮਾਨ ਕਹਿੰਦੇ ਆ ਕਿ ਬੱਚਿਆਂ ਨੂੰ ਮੈਂ ਬਾਹਰ ਨਹੀਂ ਜਾਣ ਦੇਣਾ। ਸੋ 50 ਸਾਲ ਲੱਗ ਜਾਣਗੇ ਇਸ ਗੱਲ ਨੂੰ। ਜੇ ਤੁਹਾਡੇ ਕੋਲ ਆਂਦੇ ਆ ਤਾਂ ਅਸੀਂ ਜ਼ਰੂਰ ਕਵਾਂਗੇ ਕਿ ਉਹਨਾਂ ਦੇ ਨਾਲ ਜਸਟੀਫਾਈ ਕਰੋ, ਉਹਨਾਂ ਨੂੰ ਇਨਸਾਫ ਮਿਲੇ, ਬੱਚੇ ਤਰੀਕੇ ਨਾਲ ਪਹੁੰਚਣ ਬਾਹਰ। ਸੋ ਕੋਈ ਅਪੀਲ, ਤੁਸੀਂ ਸੰਦੇਸ਼ ਦੇਣਾ ਚਾਹੁੰਦੇ? ਬਸ ਮੈਂ ਇਹੀ ਬੱਚਿਆਂ ਨੂੰ ਕਹਿਣਾ ਚਾਹੂੰਗਾ ਵੀ ਕਿਸੇ ਵੀ ਏਜੰਟਸ ਨੂੰ ਇੱਕ ਵਾਰੀ ਫਾਈਲ ਲਗਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਰਖ ਲਓ। ਬਿਨਾਂ ਪਰਖੇ ਕਦੀ ਵੀ ਕਿਸੇ ਕੋਲੇ ਆਪਣਾ ਫਾਈਲ ਅਪਲਾਈ ਨਾ ਕਰੋ, ਇਹੀ ਹੈ ਜੀ। ਸੋ ਬਿਲਕੁਲ ਜੀ, 12 ਅਪ੍ਰੈਲ ਵਾਲੀ ਤਰੀਕ ਬਿਲਕੁਲ ਨਹੀਂ ਭੁੱਲਣੀ। ਜੇਕਰ ਆਉਣਾ ਚਾਹੁੰਦੇ ਹੋ ਤਾਂ ਬਰਨਾਲਾ ਦੇ ਵਿੱਚ ਜਿਹੜਾ ਇਸ ਵੇਲੇ ਤੁਹਾਨੂੰ ਇੱਕ ਵੱਡਾ ਆਫਰ ਜਿਹੜਾ ਦਿੱਤਾ ਜਾ ਰਿਹਾ ਮਨਦੀਪ ਸਿੰਘ ਔਲਖ ਵੱਲੋਂ, ਜੋ ਕਿ ਇੱਕ ਸੈਮੀਨਾਰ ਹੋਣ ਜਾ ਰਿਹਾ ਹੈ। ਉਹਦੇ ਵਿੱਚ ਤੁਸੀਂ ਪ੍ਰੋਵਾਈਡਰ ਓਵਰਸੀਜ਼ ਦੇ ਰਾਹੀਂ ਤੁਸੀਂ ਜਾ ਸਕਦੇ ਹੋ, ਮਿਲ ਸਕਦੇ ਹੋ। ਜੇਕਰ ਤੁਹਾਡੀ ਫਾਈਲ ਰਿਫਿਊਜ਼ਲ ਹੋ ਚੁੱਕੀ ਹੈ ਜਾਂ ਤੁਸੀਂ ਰਿਫਿਊਜ਼ਲਾਂ ਤੋਂ ਹੰਭ ਚੁੱਕੇ ਹੋ ਜਾਂ ਫਿਰ ਤੁਸੀਂ ਪਹਿਲੀ ਵਾਰ ਜਾਣਾ ਹੈ ਤਾਂ ਦਿਲ ਧੱਕ ਧੱਕ ਕਰਦਾ ਹੈ ਕਿ ਚੰਗਾ ਏਜੰਟ ਕਿਵੇਂ ਮਿਲੇ, ਤਾਂ ਇੱਕ ਵਾਰ ਸੈਮੀਨਾਰ ਅਟੈਂਡ ਕਰਿਓ। ਜੇ ਚੰਗਾ ਲੱਗਾ, ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਫਲੈਸ਼ ਨੰਬਰ ਹੋ ਰਹੇ ਨੇ, ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ, ਮਿਲ ਸਕਦੇ ਹੋ ਇਹਨਾਂ ਨੂੰ। ਤੇ ਬਰਨਾਲਾ ਦੇ ਵਿੱਚ 12 ਤਰੀਕ ਨੂੰ ਸੈਮੀਨਾਰ, ਲੈਪਟਾਪ ਵੀ ਲਿਜਾ ਸਕਦੇ ਹੋ, ਨਾਲ ਵੀਜ਼ਾ ਵੀ ਪਾ ਸਕਦੇ ਹੋ। ਸੋ ਹੁਣ ਤੁਸੀਂ ਤੁਹਾਡੇ ਤੋਂ ਲਵਾਂਗੇ ਆ ਗਿਆ ਸਹਿਯੋਗੀ ਸਾਥੀ ਮਨਪ੍ਰੀਤ ਔਰ ਵਿੱਕੀ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।